गणन के नासक श्री हर गोबिंद सोमत परदासक श्री हर राय नमो कर जोरी नमो कर जोरी श्री हर कृष्ण बनाओ गौरी गुरु तेग बहादुर परम कृपाला परम कृपाला श्री गुरु गोबिंद सिंह विशाला करो तरा पर पुन पुन सीसा पुन पुन सीसा बंदो बार बार जगदीशा एकंकारा सतगुरु ते प्रसाद सच हुए वाहिगुरु जी की फतेह है विलासन सोए वाहिगुरु जी की फतेह विघ्न है विनाशन सोए दोहरा श्री अंगद सुनिए सुखदानी आके गमन कीन गुण खानी वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनों, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਰੂ ਰਾਜੇ ਨੂੰ ਗਿਆਨ ਦਿੰਦੇ ਹਨ। ਫਿਰ ਉਸ ਤੋਂ ਅਗਲੇ ਇੱਕ ਦੇਸ਼ ਜਾਂਦੇ ਆ ਜੋ ਹਬਸ਼ੀਆਂ ਦਾ ਦੇਸ਼ ਹੈ। ਉੱਥੋਂ ਦਾ ਰਾਜਾ ਬੜਾ ਹੋਰ ਹਿਸਾਬ ਦਾ ਹੈ। ਉੱਥੋਂ ਦੇ ਲੋਕਾਂ ਨੂੰ ਕਿਵੇਂ ਗਿਆਨ ਦਿੰਦੇ ਆ, ਇਹ ਵਿਚਾਰਾਂ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ श्री अंगद सुनिए सुखदानी आके गमन कीन गुण खानी। ਭਾਈ ਸਾਹਿਬ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਇਸ ਤਰ੍ਹਾਂ ਅਸੀਂ ਰੋਮ ਦੇਸ਼ ਦੇ ਰਾਜੇ ਕਾਰੂ ਨੂੰ ਮਿਲ ਕੇ ਅੱਗੇ ਚੱਲਦੇ ਹਾਂ ਤਾਂ ਅੱਗੇ ਮੇਰੇ ਪ੍ਰੀਤਮ ਜੀ ਕਿੱਥੇ ਜਾਂਦੇ ਹਨ। हाबस बलायत गए दयाला पातशाही तै दुष्ट विशाला। ਵਲਾਇਤ ਕਹਿੰਦੇ ਆ ਦੇਸ਼ ਨੂੰ, ਕਹਿੰਦੇ ਉੱਥੋਂ ਸਤਿਗੁਰੂ ਪਾਤਸ਼ਾਹ ਜੀ ਹਬਸ਼ੀਆਂ ਦੇ ਦੇਸ਼ ਚਲੇ ਗਏ ਜਿੱਥੋਂ ਦਾ ਰਾਜਾ ਹਬਸ਼ੀ ਹੈ। हिंदू नरक स्वदेश जियावै रहे ताहे जब धाम पठावै। ਔਰ ਦੇਖੋ ਉਹਨਾਂ ਲੋਕਾਂ ਦਾ ਇਹ ਖਿਆਲ ਹੈ ਕਿ ਜੇ ਸਾਡੇ ਦੇਸ਼ ਵਿੱਚ ਭਾਰਤ ਵਾਸੀ ਕੋਈ ਹਿੰਦੂ ਆਦਿ ਆ ਗਿਆ ਕਿ ਉਹਨੂੰ ਮਾਰ ਦੇਣਾ ਹੈ। इसकी तुम प्रगट पई सारे जो हिंदू पावे तह मारे। ਔਰ ਧੁੰਮ ਪੈਣੀ ਭਾਵ ਇਹ ਗੱਲ ਦੂਰ ਤੱਕ ਫੈਲ ਗਈ ਹੈ ਕਿ ਜੋ ਹਬਸ਼ੀ ਰਾਜਾ ਹੈ ਜੇ ਉਹਨਾਂ ਦੇ ਦੇਸ਼ ਵਿੱਚ ਕੋਈ ਹਿੰਦੂ ਚਲਿਆ ਜਾਵੇ ਤਾਂ ਉਸ ਨੂੰ ਮਾਰ ਦਿੰਦੇ ਹਨ। पहुंचे सतगुर नाम च पावन टेटे चलत सूद पग ਹੁਣ पावन। ਇਹੋ ਜਿਹੇ ਲੋਕਾਂ ਕੋਲੇ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਾਣਾ ਹੈ। ਡਾਕਟਰਾਂ ਦੀ ਉੱਥੇ ਹੀ ਲੋੜ ਹੈ ਜਿੱਥੇ ਬਿਮਾਰ ਹੋਣ, ਤੇ ਜਿੱਥੇ ਇਸ ਤਰ੍ਹਾਂ ਦੇ ਆਤਮਿਕ ਬਿਮਾਰ ਲੋਕ ਹਨ ਉਹਨਾਂ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਭਾਰਤ ਦੇ ਵਾਸੀ, ਇਸ ਦੇਸ਼ ਦੇ ਵਾਸੀ ਗੁਰੂ ਪਿਆਰਿਓ ਹੁਣ ਕਿੱਥੇ ਪਹੁੰਚ ਗਏ ਹਨ। ਉਸ ਇਲਾਕੇ ਵਿੱਚ ਜਿੱਥੋਂ ਦਾ ਰਾਜਾ ਬੜਾ ਟੇਢਾ ਹੈ। करत को कर्म से सर्व हटावन नीको धर्म उपदेश ਹੁਣ दृढ़ावन। ਉੱਥੋਂ ਦੇ ਲੋਕਾਂ ਨੂੰ ਵੀ ਸਿੱਧੇ ਰਸਤੇ ਪਾਉਣਾ ਹੈ, ਉਪਦੇਸ਼ ਦੇਣਾ ਹੈ ਔਰ ਜੋ ਟੇਢੇ ਚੱਲਦੇ ਆ ਉਹਨਾਂ ਦਾ ਮਾਰਗ ਦਰਸ਼ਨ ਕਰਨਾ ਹੈ। दोहरा तैचन तिलक काश ते उतरियो गुर डिग आए। ਤੇ ਪਾਤਸ਼ਾਹ ਨੇ ਐਸਾ ਕੌਤਕ ਰਚਾਇਆ ਗੁਰੂ ਪਿਆਰੋ, ਕਹਿੰਦੇ ਸਤਿਗੁਰਾਂ ਕੋਲ ਇੱਕ ਅਨੋਖਾ ਚੋਲਾ ਆਇਆ। ਭਾਈ ਸਾਹਿਬ ਲਿਖਦੇ ਆਕਾਸ਼ਾਂ ਤੋਂ ਹੀ ਉਤਰੇ ਔਰ ਉਹ ਚੋਲਾ ਸਤਿਗੁਰਾਂ ਦੇ ਕੋਲ ਆਇਆ ਤੇ ਉਹਨਾਂ ਨੇ ਸਰੀਰ ਤੇ ਪਹਿਨ ਲਿਆ ਹੈ। रंग न जानियो जावही अचरज बनियो बनाए। और बड़ा सुंदर है, बड़ा अनोखा है और बड़ा ही
ਆਲਾ ਹੈ, ਵੇਖ ਕੇ ਵੇਖਣ ਵਾਲਾ ਹੈਰਾਨ ਹੋ ਜਾਂਦਾ। ਉਹਦੇ ਰੰਗ ਵੀ ਐਸੇ ਹਨ। ਚੌਪਈ ਸਰਬ ਪਾਤ ਕੇ ਦਿਖੀ ਅੰਗਰ ਹਿੰਦਵੀ ਮੋਹਰ ਪਾਰਸੀ ਤਾਪਰ। ਔਰ ਉਹਦੇ ਉੱਤੇ ਕਈ ਭਾਸ਼ਾਵਾਂ ਲਿਖੀਆਂ ਹਨ, ਭਾਰਤ ਦੀਆਂ, ਹਿੰਦੀ, ਫਾਰਸੀ ਅਤੇ ਅਰਬੀ ਔਰ ਤੁਰਕੀ ਜੋਏ ਸੰਸਕ੍ਰਿਤੀ ਜੋ ਅੱਖਰ ਸੋਏ। ਤੁਰਕਾਂ ਦੀ ਭਾਸ਼ਾ ਤੁਰਕੀ, ਉਰਦੂ, ਅਰਬੀ ਅਤੇ ਸੰਸਕ੍ਰਿਤ ਜੋ ਭਾਰਤ ਦੀ ਭਾਸ਼ਾ ਸੀ। ਸੋ ਕਿਲ ਕਾਲੇ ਗੁਰ ਗੁਰ ਪਾਇਓ ਰੰਗ ਕੁਦਰਤੀ ਅਦਕ ਸੁਹਾਇਓ। ਔਰ ਉਸ ਦਾ ਰੰਗ ਬੜਾ ਸੁੰਦਰ ਹੈ, ਵੇਖਣ ਵਾਲਾ ਬੜਾ ਹੈਰਾਨ ਹੁੰਦਾ ਹੈ, ਸਮਝ ਨਹੀਂ ਆਉਂਦੀ ਇਹ ਕੈਸਾ ਚੋਲਾ ਹੈ। ਕਹਿੰਦੇ ਸਤਿਗੁਰਾਂ ਨੇ ਉਹ ਚੋਲਾ ਜਿਹੜਾ ਹੈ ਆਪਣੇ ਗਲੇ ਪਹਿਨਿਆ। ਸੋ ਕਿਲ ਕਾਲੇ ਗੁਰ ਗੁਰ ਪਾਇਓ ਰੰਗ ਕੁਦਰਤੀ ਅਦਕ ਸੁਹਾਇਓ। ਬੜਾ ਸੁੰਦਰ ਸੀ। ਜੈਪੁਰ ਵਿਖੇ ਰਹੇ ਅਵਨੀਪਾ ਬੈਠੇ ਤੈ ਕੇ ਜਾਏ ਸਮੀਪਾ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਉਸ ਦੇਸ਼ ਦੀ ਰਾਜਧਾਨੀ ਵੀ ਚਲੇ ਗਏ, ਜਿੱਥੇ ਰਾਜੇ ਦੇ ਮਹਿਲ ਸਨ, ਉਹਨਾਂ ਦੇ ਨੇੜੇ ਚਲੇ ਗਏ ਜੀ। ਚੌਪਈ ਜਬ ਨਰ ਨਿਕਸ ਬਿਲੋਕਿਓ ਆਈ ਰਹੇ ਵਿਸ਼ਾਲ ਨਿਦੇਸ਼ ਵਿਸਮਾਈ। ਉਸ ਰਾਜਧਾਨੀ ਦੇ ਬਾਹਰ ਸੁੰਦਰ ਜਗ੍ਹਾ ਦੇਖ ਕੇ ਧੰਨ ਗੁਰੂ ਨਾਨਕ ਦੇਵ ਜੀ ਬੈਠ ਗਏ। ਪਿੰਡ ਵਾਸੀ, ਨਗਰ ਨਿਵਾਸੀ ਆਉਂਦੇ ਨੇ, ਸਤਿਗੁਰਾਂ ਨੇ ਐਸਾ ਸੁੰਦਰ ਚੋਲਾ ਪਾਇਆ ਤੇ ਉੱਤੇ ਅਨੇਕਾਂ ਤਰ੍ਹਾਂ ਦੇ ਅੱਖਰ, ਔਰ ਉਹਨਾਂ ਅੱਖਰਾਂ ਵਿੱਚ ਜਿਹੜੀ ਕੁਰਾਨ ਹੈ ਮੁਸਲਮਾਨਾਂ ਦੀ, ਉਹਦੇ 30 ਸੁਪਾਰੇ ਹਨ, ਭਾਵ 30 ਅਧਿਆਏ। ਉਹ ਸਾਰੀ ਕੁਰਾਨ ਵੀ ਉਹ ਚੋਲੇ ਤੇ ਲਿਖੀ ਹੋਈ ਆ। ਪ੍ਰਗਟ ਨਗਰ में जब सुध होई ताई ताई देखी सब कोई। ਔਰ ਇਹ ਗੱਲ ਗਾਹਾਂ ਦੀ ਗਾਹਾਂ ਲੋਕਾਂ ਵਿੱਚ ਫੈਲਦੀ ਗਈ ਤੇ ਜਿਹੜਾ ਸੁਣਦਾ ਹੈ ਉਹੀ ਵੇਖਣ ਵਾਸਤੇ ਆਉਂਦਾ ਹੈ। ਬਾਦਸ਼ਾਹ ਕੀ ਜਾਏ ਅਗਾਰੀ ਨਰਮ ਸੁਨਾਏ ਦੀਨ ਸੁਧ ਸਾਰੀ। ਔਰ ਕਿਸੇ ਨੇ ਜਾ ਕੇ ਰਾਜੇ ਨੂੰ ਕੋਲ ਦੱਸ ਦਿੱਤਾ ਹੈ ਕਿ ਸਾਡੇ ਇਲਾਕੇ ਵਿੱਚ ਇੱਕ ਐਸਾ ਫਕੀਰ ਆਇਆ ਜਿਹਦੇ ਗਲੇ ਦਾ ਚੋਲਾ ਪਾਇਆ ਨਾ, ਕਮਾਲ ਦਾ ਹੈ। ਵਹਿ ਇੱਕ ਆਇਓ ਦਰਵੇਸ਼ਾ ਸੁਣਿਓ ਨਾ ਪਿਕਿਓ ਖਿਲਕ ਦਰ ਐਸਾ। ਉਹਦੇ ਗਲੇ ਇਹੋ ਜਿਹਾ ਚੋਲਾ ਪਾਇਆ ਜਿਹੜਾ ਨਾ ਕਦੇ ਕਿਸੇ ਨੇ ਪਹਿਲਾਂ ਸੁਣਿਆ ਨਾ ਵੇਖਿਆ। ਇੱਕ ਦਰਵੇਸ਼ ਭਾਵ ਫਕੀਰ ਹੈ ਕੁਰਾਨ ਕੀ 30 ਸੁਪਾਰੀ ਤਾਂ ਪਰ ਲਿਖ ਰਾਖੀ ਹੈ ਸਾਰੇ। ਜਿਹਦੇ ਉੱਤੇ ਕੁਰਾਨ ਦੀਆਂ ਆਇਤਾਂ 30 ਸੁਪਾਰੇ ਲਿਖੇ ਹੋਏ ਹਨ। ਅਕਸ਼ਰ ਪੰਜ ਪ੍ਰਕਾਰੇ ਜੋ ਲਿਖੇ ਸਰਬ ਨੇਕੀ ਵਿਦ ਸੋ। 5 ਤਰ੍ਹਾਂ ਦੀ ਭਾਸ਼ਾ, 5 ਤਰ੍ਹਾਂ ਦੇ ਅੱਖਰ ਉਹਦੇ ਉੱਪਰ ਲਿਖੇ ਹੋਏ ਹਨ। ਦੋਹਰਾ ਸੁਣਿਆ ਸ਼੍ਰੋਣ ਪਾਤਸ਼ਾਹ ਤਬ ਦੀਨ ਵਜ਼ੀਰ ਬੁਲਾਏ। ਜਦੋਂ ਰਾਜੇ ਨੇ ਉਸ ਚੋਲੇ ਦੀ ਮਹਿਮਾ ਸੁਣੀ ਤੇ ਰਾਜਾ ਆਪਣੇ ਵਜ਼ੀਰਾਂ ਨੂੰ ਬੁਲਾ ਕੇ ਕਹਿੰਦਾ, ਵਹਿਰ ਏਕ ਦਰਵੇਸ਼ ਹੈ ਖਿਲਕ ਉਤਾਰੋ ਜਾਏ। ਕਹਿੰਦਾ ਬਾਹਰ ਕੋਈ ਮੈਂ ਸੁਣਿਆ ਸਾਧੂ ਦਰਵੇਸ਼ ਆਇਆ, ਉਹਦੇ ਜਿਹੜਾ ਚੋਲਾ ਪਾਇਆ ਨਾ ਬੜਾ ਸੁੰਦਰ ਹੈ, ਮੈਂ ਸੁਣਿਆ, ਜਾ ਲਾ ਕੇ ਲਿਆਓ। ਚੌਪਈ ਐਸ ਮਾਨੀ ਚਲਿਓ ਵਜ਼ੀਰੰ ਆਇਓ ਸ਼੍ਰੀ ਨਾਨਕ ਕੇ ਤੀਰੰ। ਔਰ ਵਜ਼ੀਰ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਬਾਹਰ ਫਿਰਨੀ ਤੇ ਬੈਠੇ ਸਤਿਗੁਰਾਂ ਦੇ ਕੋਲ ਆਇਆ ਹੈ। ਹਾਂਡੀ ਹੈ ਕਰ ਗਿਰਾ ਉਚਾਰੀ ਦਿਓ ਖਿਲਕਾ ਦਰਵੇਸ਼ ਉਤਾਰੀ। ਔਰ ਆ ਕੇ ਵਜ਼ੀਰ ਕਹਿੰਦਾ, ਫਕੀਰਾ ਆ ਤੇਰਾ ਚੋਲਾ ਸਾਡੇ ਰਾਜੇ ਨੂੰ ਚੰਗਾ ਲੱਗਿਆ ਹੈ ਤੇ ਇਹ ਲਾ ਕੇ ਦੇ ਸਾਨੂੰ। ਬਾਦਸ਼ਾਹ ਮਗਵਾਵਤ ਪਾਸੋ ਹੁਕਮ ਨਾ ਮੋਰੋ ਦੇ ਦੁਖ ਰਾਸੋ। ਔਰ ਰਾਜੇ ਨੇ ਮੰਗਾਇਆ ਤੇ ਰਾਜੇ ਨੂੰ ਜੇ ਕੋਈ ਜਵਾਬ ਦੇਵੇ ਤੇ ਉਹ ਦੁੱਖਾਂ ਦੀ ਰਾਸ ਬਣ ਜਾਂਦਾ, ਭਾ ਫਿਰ ਦੁੱਖ ਦੇਵੇਗਾ ਤੈਨੂੰ, ਤੂੰ ਚੁੱਪ ਕਰਕੇ ਚੋਲਾ ਲਾ ਕੇ ਸਾਨੂੰ ਦੇ ਦੇ। ਸੁਣ ਕੇ ਸ੍ਰੀ ਗੁਰੂ ਬੈਣ ਉਚਾਰੇ ਜੇ ਉਤਰੇ ਤੋ ਲਿਓ ਉਤਾਰੇ। ਬਾਬਾ ਜੀ ਕਹਿੰਦੇ ਭਾਈ ਲਾ ਕੇ ਦੇਖ ਲਓ, ਜੇ ਲਹਿੰਦਾ ਤਾਂ ਲਾ ਲਓ। ਮਿਲਕਰ ਸਭੇ ਉਤਾਰਨੇ ਆਏ ਉਤਰਿਓ ਨਹੀਂ ਜੋਰ ਬਹੁ ਲਾਏ। ਹੁਣ ਉਹਨਾਂ ਨੇ ਜ਼ੋਰ ਲਾਇਆ ਚੋਲੇ ਨੂੰ ਸਤਿਗੁਰਾਂ ਦੇ ਸਰੀਰ ਤੋਂ ਲਾਉਣ ਦਾ, ਤਾਂ ਪਰ ਉਹਨਾਂ ਤੋਂ ਚੋਲਾ ਕਹਿੰਦੇ ਲੱਥਾ ਨਹੀਂ। ਐਚੋ ਖਿੱਚੇ ਨਾ ਪਾਟਿਓ ਪਟ ਹੈ ਅਚਰਜ ਪਏ ਲੋਕ ਸਭ ਲਟ ਹੈ। ਨਾ ਖਿੱਚਿਆ ਜਾਂਦਾ ਹੈ, ਨਾ ਖਿੱਚਿਆ ਪਾੜਦਾ ਹੈ ਤੇ ਨਾ ਲੈਂਦਾ ਹੈ, ਲੋਕ ਲਟਾ ਪੀਂਗ ਹੋਏ ਪਏ ਐ। ਆਚਾਰਜ ਭਇਓ ਲੋਕ ਸਭ ਲੱਟ ਹੈ। ਲੱਟ ਹੁੰਦਾ ਲਟਾ ਪੀਂਗ ਹੋਣਾ, ਸਾਡੇ ਮਾਲਵੇ ਦਾ ਸ਼ਬਦ ਹੈ। ਲਟਾ ਪੀਂਗ ਹੁੰਦਾ ਹੈ ਕਿਸੇ ਕੰਮ ਨੂੰ ਕਰਨ ਤੇ ਪੂਰਾ ਜ਼ੋਰ ਲਾ ਦੇਣਾ। ਸ਼ਾਸਤਰੀਸ ਬਿਨ ਸੁਧ ਜਬ ਹੀ ਕਿਉ ਕ੍ਰੋਧ ਬੋਲਿਓ ਬਚ ਤਬ ਹੀ। ਤਾਂ ਜਾ ਕੇ ਕਹਿੰਦੇ ਰਾਜਾ ਸਾਹਿਬ, ਉਹ ਫਕੀਰ ਆਪਦੇ ਹੱਥੀਂ ਤਾਂ ਲਾ ਕੇ ਨਹੀਂ ਦਿੰਦਾ,
ਕਿ ਅਸੀਂ ਬੜਾ ਜ਼ੋਰ ਲਾਇਆ ਉਹ ਲੈਂਦਾ ਨਹੀਂ। या में सब हिंदू के लक्षण डूबो अब के जाए भी चचना। ਔਰ ਅਸੀਂ ਜਾ ਕੇ ਉਸ ਨੂੰ ਦੇਖ ਲਿਆ ਹੈ, ਉਹਦੇ ਵੀ ਸਾਰੇ ਹਿੰਦੂ ਫਕੀਰਾਂ ਵਾਲੇ ਲੱਛਣ ਹਨ। दोहरा सुन वजीर गुर डिग आयो अतिशय रिस कर सोए। ਔਰ ਰਾਜਾ ਕਹਿੰਦਾ ਫੜ ਕੇ ਪਾਣੀ 'ਚ ਡੁਬੋ ਦਿਓ, ਮਰ ਜੂਗਾ, ਜਦ ਮਰ ਗਿਆ ਫੇਰ ਚੋਲਾ ਲਾ ਲਵਾਂਗੇ। कह गंभीर सरता बिकै डार दियो बोलोए। ਬਾਬਾ ਜੀ ਅੱਗੋਂ ਕੋਈ ਉਜਰ ਨਹੀਂ ਕਰਦੇ, ਜਿਵੇਂ ਕਰਦੇ ਆ ਕਰਕੇ ਦੇਖ ਲਓ, ਖੁੱਲੀ ਛੁੱਟੀ ਦੇ ਦਿੰਦੇ ਆ। ਔਰ ਇਹਨਾਂ ਵਜ਼ੀਰਾਂ ਦੇ ਬੰਦਿਆਂ ਨੇ ਫੜਿਆ ਨਾਨਕ ਜੀ ਨੂੰ, ਇੱਕ ਨੇੜੇ ਪਾਣੀ ਦੀ ਨਦੀ ਕੋਲ ਲੈ ਗਏ। चौपई सो किरका भीजत न पियो कन को नीर न काको छुयो। ਔਰ ਬਾਬਾ ਜੀ ਨੂੰ ਨਦੀ 'ਚ ਡੁਬਾਉਣਾ ਚਾਹੁੰਦੇ ਐ ਤੇ ਡੁੱਬਦੇ ਨਹੀਂ, ਔਰ ਨਾ ਉਹ ਚੋਲਾ ਜਿਹੜਾ ਹੈ ਪਾਣੀ ਨਾਲ ਭਿੱਜਦਾ ਹੈ। कस नदी ते गुणी वीरा बैठे फिर किसी के तीरा। ਤੋ ਜ਼ੋਰ ਲਾ ਕੇ ਥੱਕ ਗਏ, ਪਾਣੀ ਵਿੱਚ ਨੱਪ ਨੁੱਪ ਕੇ ਦੇਖਿਆ ਨਹੀਂ ਡੁੱਬੇ। ਅਖੀਰ ਥੱਕ ਹਾਰ ਕੇ ਬਾਹਰ ਨਿਕਲ ਗਏ। ਬਾਬਾ ਜੀ ਵੀ ਬਾਹਰ ਆ ਕੇ ਨਦੀ ਦੇ ਕਿਨਾਰੇ ਹੀ ਬੈਠ ਗਏ। देखे तमाशो नरते काला अचरज मानो हृदय विसाला। ਹੁਣ ਜਿਹੜੇ ਪਿੰਡ ਵਾਸੀ ਸੀ ਉਹਨਾਂ ਵਾਸਤੇ ਤਮਾਸ਼ਾ ਹੀ ਬਣ ਗਿਆ ਵੀ ਕਮਾਲ ਹੋ ਗਈ ਯਾਰ, ਇਹ ਸਾਧੂ ਵਿੱਚ ਕਿੰਨੀ ਕੁ ਤਾਕਤ ਹੈ। ਕੱਲ ਚੋਲਾ ਲਾਉਣ ਲੱਗੇ ਲੱਥਾ ਨਹੀਂ, ਹੁਣ ਪਾਣੀ 'ਚ ਡੋਬਣ ਲੱਗੇ ਡੁੱਬਦਾ ਨਹੀਂ। पातशाह को खबर सुनाई बूटत न बौकीन उपाई। ਵਜ਼ੀਰ ਕਹਿੰਦਾ ਰਾਜਾ ਸਾਹਿਬ ਅਸੀਂ ਪਾਣੀ ਵਿੱਚ ਲਿਜਾ ਕੇ ਸਿੱਟਿਆ, ਡੁੱਬਿਆ ਨਹੀਂ, ਪਾਣੀ ਤੇ ਬਹਿ ਗਿਆ। ਇੱਥੋਂ ਤੱਕ ਕਿ ਉਹਦੇ ਕੱਪੜੇ ਵੀ ਨਹੀਂ ਭਿੱਜੇ ਪਾਣੀ ਵਿੱਚ। शाहे कहे पावक में जारो ले कास्ट बो ऊपर डारो। ਅੱਛਾ ਐਂ ਕਰੋ ਫਿਰ ਚਿਖਾ ਬਣਾਓ ਲੱਕੜਾਂ ਦੀ, ਉਹਦੇ ਉੱਤੇ ਲੱਕੜਾਂ ਪਾ ਕੇ ਅੱਗ ਲਾ ਦਿਓ। सोनब जीर तब मोहर सिदारा कास्ट को बदलाए अंबारा। ਉਹ ਰਾਜਾ ਨੇ ਆਪਣੇ ਬੰਦਿਆਂ ਦੇ ਰਾਹੀਂ ਲੱਕੜਾਂ ਦਾ ਢੇਰ ਲਾ ਲਿਆ। दोहरा बीच बसाए सतगुरु चौम दिश दीन लगाए। ਔਰ ਗੁਰੂ ਪਿਆਰੋ ਲਿਆ ਕੇ ਲੱਕੜਾਂ ਦੇ ਵਿਚਾਲੇ ਬਿਠਾ ਦਿੱਤਾ ਪਾਤਸ਼ਾਹ ਨੂੰ, ਤੇ ਉਸ ਨੂੰ ਅੱਗ ਲਾ ਦਿੱਤੀ ਹੈ ਬਾਹਰੋਂ। आज रोम के न लगी अगन गई सितलाए। ਔਰ ਗੁਰੂ ਪਿਆਰੋ ਕਹਿੰਦੇ ਅੱਗ ਵੀ ਠੰਡੀ ਹੋ ਗਈ, ਸਤਿਗੁਰਾਂ ਦਾ ਰੋਮ ਵੀ ਅੱਗ ਨਾਲ ਨਹੀਂ ਜਲਿਆ, ਭਾਵ ਅੱਗ ਨੇੜੇ ਹੀ ਨਹੀਂ ਗਈ। चौपई कास्ट भस्म भय तिस थाई सतगुर बैठे बीच सुहाई। ਗੁਰੂ ਨਾਨਕ ਦੇਵ ਜੀ ਵਿਚਾਲੇ ਬੈਠੇ ਰਹੇ, ਲੱਕੜਾਂ ਮੱਚ ਕੇ ਸਵਾਹ ਹੋ ਗਈਆਂ ਪਰ ਕੋਈ ਫਰਕ ਨਹੀਂ ਪਿਆ। सुनी खबर को पातशाहू एहो फकीर चेट गयाहू। ਔਰ ਰਾਜੇ ਨੂੰ ਜਾ ਕੇ ਕਹਿੰਦੇ ਇਹ ਤਾਂ ਕੋਈ ਨੇਟਕੀ ਚਾਟਕੀ ਜਾਦੂ ਮੰਤਰਾਂ ਵਾਲਾ ਲੱਗਦਾ ਹੈ, ਇਹ ਤਾਂ ਆਪਣੇ ਮੰਤਰ ਮਾਰ ਦਿੰਦਾ ਹੈ, ਅੱਗ ਵੀ ਇਹਦੇ ਨੇੜੇ ਨਹੀਂ ਗਈ। मामा दूर कर मारो अभी अस के चल आयो डिग तभी। ਅੱਛਾ ਇਹੋ ਜਿਹਾ ਇਹ, ਚੱਲ ਮੈਂ ਦੇਖਦਾ ਹਾਂ, ਮੇਰੇ ਸਾਹਮਣੇ ਮਾਰੋ, ਮੈਂ ਦੇਖਦਾ ਕਿਉਂ ਨਹੀਂ ਮਰਦਾ। बहु पान के तरे दबायो पार सहस मन ऊपर पायो। ਕਹਿੰਦੀ ਐ ਕਰੋ ਉੱਤੇ ਪੱਥਰ ਰੱਖ ਦਿਓ, ਬਹੁਤ ਸਾਰੇ ਪੱਥਰ ਮਨਾ ਮੋਹੀ ਰੱਖ ਦਿੱਤੇ। यो दबाई कर सगन सिदारे अब मर जाए है बचन उचारे। ਔਰ ਪੂਰਾ ਚੰਗੀ ਤਰ੍ਹਾਂ ਦੱਬ ਕੇ ਚਲੇ ਗਏ ਵੀ ਤੜਕੇ ਦੇਖਾਂਗੇ, ਤੜਕੇ ਨੂੰ ਮਰ ਜਾਵੇਗਾ। और पई पुन तिसी सताना आन बिराजे कृपा निदाना। ਜਾਂ ਦਿਨ ਚੜਿਆ ਤਾਂ ਕੀ ਵੇਖਦੇ ਆ, ਨਾਨਕ ਜੀ ਪੱਥਰਾਂ ਚੋਂ ਨਿਕਲ ਕੇ ਉੱਥੇ ਹੀ ਆ ਬੈਠੇ ਜਿੱਥੇ ਪਹਿਲਾਂ ਬੈਠੇ ਸੀ। नारद लोक हृदय विस्माए ए फकीर गत जान न जाए। ਸਾਰੇ ਪਿੰਡ ਵਾਸੀ ਸਣੇ ਰਾਜਾ ਹੈਰਾਨ ਹੋ ਗਿਆ ਵੀ ਇਹ ਕਿਹੋ ਜਿਹਾ ਸਾਧ ਹੈ, ਇਹਦੀ ਗਤੀ ਨੂੰ ਭਾਵ ਇਸ ਦੀ ਤਾਕਤ ਨੂੰ ਕੋਈ ਸਮਝ ਨਹੀਂ ਸਕਿਆ। पातशाह की जाय गारी सुध मानव ने तबे उचारी। ਔਰ ਤੜਕੇ ਜਾ ਕੇ ਲੋਕ ਕਹਿੰਦੇ ਰਾਜਾ ਸਾਹਿਬ जैसा ती जुग तैसा वैसा चकिरत प्यो बैन सुनैसा। ਹੁਣ ਤਾਂ ਕੋਈ ਫਰਕ ਹੀ ਨਹੀਂ ਪਿਆ, ਉਹ ਪੱਥਰਾਂ 'ਚੋਂ ਪਤਾ ਨਹੀਂ ਕਿਵੇਂ ਨਿਕਲ ਗਿਆ। ਉਹ ਆਪਣੇ ਸਾਥੀ ਕੋਲੇ ਜਾ ਕੇ ਸਹੀ ਸਲਾਮਤ ਬੈਠਾ ਹੈ। या खुदाय क्या पोए शरीरा मंत्रण मिलकर कीनो चीरा। ਔਰ ਗੁਰੂ ਪਿਆਰਿਓ ਫਿਰ ਰਾਜਾ ਕਹਿੰਦਾ ਯਾ ਖੁਦਾਏ ਕਿਆ ਭਇਓ। ਸ਼ਰਾਰਾ ਹੁੰਦਾ ਹੈ, ਇਹ ਹੋ ਕੀ ਗਿਆ, ਇਹ ਕਾਰਨ ਕੀ ਬਣ ਗਿਆ। ਸ਼ਰਾਰਾ ਹੁੰਦਾ ਹੈ, ਇਹਦਾ ਕਾਰਨ ਕੀ ਹੈ, ਹੋ ਕੀ ਗਿਆ, ਕੀ ਭੇਦ ਹੈ ਇਸ ਦਾ।
ਇਹ ਮਰਦਾ ਕਿਉਂ ਨਹੀਂ? ਜੇ ਬੈਠੇ ਤੈ ਡਿੱਗ ਗਨਾਏ ਕਹਿਣ ਲਗੇ ਰੂਪ ਖੁਦਾਏ। ਹੁਣ ਰਾਜੇ ਦੇ ਕੋਲ ਕੋਈ ਸਿਆਣੇ ਬੰਦੇ ਵੀ ਬੈਠੇ ਸੀ। ਉਹ ਰਾਜੇ ਨੂੰ ਸਮਝਾਉਂਦੇ ਆ, ਰਾਜਾ ਸਾਹਿਬ ਉਹ ਤਾਂ ਰੱਬ ਦੇ ਨਾਲ ਮਿਲਿਆ ਹੋਇਆ ਫਕੀਰ ਲੱਗਦਾ ਹੈ, ਖੁਦਾ ਹੀ ਲੱਗਦਾ ਸਾਨੂੰ। ਔਰਨ ਮੇ ਅਜਮਤ ਨੈਤੀ ਤੈ ਪਦ ਪੂਜੋ ਸ਼ਰਦਾ ਸੇਤੀ। ਆਮ ਬੰਦਿਆਂ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਵੀ ਕਿਸੇ ਤਰ੍ਹਾਂ ਮੌਤ ਤੋਂ ਮਰ ਜਾਣ, ਬਚ ਜਾਣ। ਇਹਦੇ ਵਿੱਚ ਤਾਕਤ ਹੈ। ਅਸੀਂ ਤਾਂ ਤੈਨੂੰ ਇਹ ਸਲਾਹ ਦਿੰਨੇ ਆ ਵੀ ਤੂੰ ਜਾ ਕੇ ਪੈਰੀ ਪੈ ਜਾ ਉਹਨਾਂ ਦੇ। ਕਾਰੋ ਪਾਏ ਤੁਮ ਸਭ ਪਛਾਰੇ ਮਾਰਿਓ ਮਰਤਨਾ ਕਿਸੇ ਪ੍ਰਕਾਰੇ। ਤੁਸੀਂ ਪਾਣੀ 'ਚ ਵੀ ਡੋਬ ਕੇ ਦੇਖ ਲਿਆ, ਅੱਗ ਵਿੱਚ ਵੀ ਬਿਠਾ ਕੇ ਦੇਖ ਲਿਆ, ਪੱਥਰ ਵੀ ਉੱਤੇ ਭਾਰ ਵੀ ਪਾ ਦਿੱਤਾ, ਪਰ ਫਿਰ ਵੀ ਮਰਿਆ ਨਹੀਂ। ਸਾਨੂੰ ਲੱਗਦਾ ਉਹ ਖੁਦ ਖੁਦਾ ਹੈ। ਹੋਏ ਅਧੀਨ ਗਉ ਪਦ ਜਾਈ ਕਤਾ ਲਿਓ ਆਪਣੀ ਬਖਸ਼ਾਈ। ਤਾਂ ਕਿ ਰਾਜਾ ਸਾਹਿਬ ਮਾਫੀ ਮੰਗ ਲਓ ਜਾ ਕੇ ਉਹਦੇ ਕੋਲੋਂ ਆਪਣੀ ਗਲਤੀ ਦੀ। ਅਜਮਤ ਦੇਖ ਬਚਨ ਕੋ ਸੁਣ ਕੇ ਕੋਪਿਓ ਪਾਤਸ਼ਾਹ ਪੈ ਮਨ ਕੇ। ਰਾਜਾ ਗੁਰੂ ਪਿਆਰਿਓ ਉਹਨਾਂ ਸਿਆਣੇ ਬੰਦਿਆਂ ਦੀ ਗੱਲ ਸੁਣ ਕੇ ਔਰ ਆਪਣੀਆਂ ਗਲਤੀਆਂ ਨੂੰ ਯਾਦ ਕਰਕੇ ਗੁਰਾਂ ਦੀ ਤਾਕਤ ਵੇਖ ਕੇ ਕੰਪਿਓ, ਘਬਰਾ ਗਿਆ, ਕੰਬਣ ਲੱਗਿਆ, ਡਰ ਗਿਆ। ਬਹੁਤ ਵਗਿਆ ਕੀਨੀ ਮੋਹੀ ਸਰਬ ਬਲਾਇਤ ਗਰਕ ਨਾ ਹੋਈ। ਬਈ ਇਹ ਸਾਧਾਂ ਦੇ ਬਚਨ ਵੀ ਸੱਤ ਹੁੰਦੇ ਐ। ਕਿਤੇ ਉਹ ਫਕੀਰ ਕੋਈ ਐਸਾ ਬਚਨ ਨਾ ਕਰ ਦੇਵੇ ਕਿ ਸਾਡਾ ਦੇਸ਼ ਹੀ ਗਰਕ ਹੋ ਜਾਵੇ ਸਾਰਾ। ਅਨ ਕੋ ਪਾਇ ਕਰ ਮੈਂ ਧਾਰੀ ਦੇਕਰ ਗਮਨਿਓ ਗੁਰੂ ਅਗਾਰੀ। ਉਹਨੂੰ ਰਾਜੇ ਨੇ ਸਾਰਾ ਜ਼ੋਰ ਲਾ ਕੇ ਦੇਖ ਲਿਆ। ਇਹਦੂ ਪਹਿਲਾਂ ਪਤਾ ਨਹੀਂ ਕਿੰਨੇ ਬਾਹਰਲੀ ਲੋਕ ਆਏ ਹੋਣਗੇ ਜਿਨ੍ਹਾਂ ਨੂੰ ਇਸ ਰਾਜੇ ਨੇ ਮਾਰ ਦਿੱਤਾ ਹੋਣਾ ਹੈ, ਪਰ ਗੁਰੂ ਨਾਨਕ ਦੇਵ ਜੀ ਨੂੰ ਮਾਰ ਨਹੀਂ ਸਕਿਆ। ਹੱਥ ਵਿੱਚ ਭੇਟਾਵਾਂ ਲੈ ਕੇ ਗੁਰੂ ਨਾਨਕ ਜੀ ਨੂੰ ਮਿਲਣ ਆਉਂਦਾ ਹੈ। ਵੇਚਕ ਰੰਗ ਮਹਾ ਜਿਸ ਪੀਰੋ ਪੈ ਕਰਕੇ ਮਨ ਦੀਨ ਕਨੇਰੋ। ਮੇਚਕ ਕਹਿੰਦੇ ਆ ਕਾਲਾ ਗੂੜਾ, ਸਾਡੇ ਮਾਲਵੇ ਦੀ ਬੋਲੀ ਕਹਿੰਦੇ ਆ ਕਾਲਾ ਟੀਟ। ਤਾਂ ਮੇਚਕ ਰੰਗ ਕਾਲਾ, ਮੇਰਾ ਖਿਆਲ ਹੈ ਅਫਰੀਕਾ ਦੇ ਲੋਕੀ ਆ, ਉਹਨਾਂ ਨੂੰ ਹਬਸ਼ੀ ਕਹਿੰਦੇ ਆ, ਉਹੀ ਗੂੜੇ ਕਾਲੇ ਰੰਗ ਦੇ ਹੁੰਦੇ ਆ। ਤੋ ਕਾਲਾ ਰੰਗ ਹੈ ਇਸ ਦਾ ਗੂੜਾ ਗੁਰੂ ਪਿਆਰਿਓ। ਹੱਥ ਵਿੱਚ ਭੇਡਾ ਫੜ ਕੇ ਡਰਦਾ ਡਰਦਾ ਪਾਤਸ਼ਾਹ ਦੇ ਸਾਹਮਣੇ ਆਉਂਦਾ ਹੈ। ਐ ਚਰਨ ਪੰਕਜ ਦਪਟਾਇਓ ਹੱਥ ਬੰਨ ਕੇ ਬਚਨ ਲਾਇਓ। ਔਰ ਭੇਟਾ ਸਾਹਮਣੇ ਧਰ ਕੇ ਸਤਿਗੁਰਾਂ ਦੇ ਚਰਨ ਫੜ ਲਏ, ਮੱਥਾ ਟੇਕਦਾ ਸਿਰ ਤੇ ਰੱਖ ਕੇ ਸਤਿਗੁਰਾਂ ਦੇ ਚਰਨਾਂ ਤੇ ਆਪਣੇ ਸੀਸ ਨੂੰ, ਔਰ ਫਿਰ ਮਾਫੀਆਂ ਮੰਗਦਾ ਹੈ। ਮੈਂ ਬੌਂਦੀ ਕੀਨੀ ਤਕਸੀਰੰ ਬਖਸ਼ੋ ਅਬ ਤੁਮ ਗੁਣੀ ਗੀਰ। ਮਹਾਰਾਜ ਮੈਂ ਤੁਹਾਨੂੰ ਬੜਾ ਦੁੱਖ ਦਿੱਤਾ ਹੈ, ਮਾਫੀ ਦੇ ਦਿਓ, ਗਲਤੀ ਹੋ ਗਈ ਮੈਥੋਂ। ਪੀਰਨ ਪੀਰ ਕੀ ਆਪ ਖੁਦਾਏ ਹੋ ਪਰਛਨ ਨਾ ਪਰੋ ਦਿਖਾਏ। ਤੁਸੀਂ ਕੋਈ ਆਮ ਬੰਦੇ ਨਹੀਂ ਲੱਗਦੇ, ਤੁਸੀਂ ਪੀਰਾਂ ਦੇ ਪੀਰ ਹੋ ਕਿ ਖੁਦਾ ਦੇ ਰੂਪ ਹੋ ਪਰਛਨ, ਪਰ ਤੁਸੀਂ ਤਾਂ ਲੁਕੇ ਹੋਏ ਹੋ। ਭਾਵ ਆਪਣੀਆਂ ਸ਼ਕਤੀਆਂ ਤਾਂ ਰੱਖਦੇ ਹੋ ਪਰ ਪ੍ਰਗਟ ਨਹੀਂ ਕਰਦੇ। ਨਾ ਪਰੋਂ ਲਿਖਾਏ ਜਾਣਿਆ ਨਹੀਂ ਜਾਂਦਾ ਤੁਸੀਂ ਕੌਣ ਹੋ। ਰਾਵਣ ਪੀਰ ਜਾਏ ਧਰੋ ਬਹੁਰਾ ਵਰਗਿਆ ਪੀਰ ਨਾ ਕਰੋ। ਮੈਂ ਤੁਹਾਡੀ ਰਜ਼ਾ ਵਿੱਚ ਹਾਂ, ਜਿਵੇਂ ਕਹੋਗੇ ਉਵੇਂ ਕਰਾਂਗਾ। ਇਦੋਂ ਬਾਅਦ ਮੈਂ ਕਿਸੇ ਦੀ ਜਾਂ ਤੁਹਾਡੀ ਅਵਗਿਆ ਬੇਅਦਬੀ ਨਹੀਂ ਕਰਾਂਗਾ। ਅਨਜਾਨ ਬਨੇ ਮੇ ਦੋਸ਼ਾ ਕਰੋ ਮਿਹਰ ਪਰ ਉਰੋਸਾ। ਮੈਂ ਅਗਿਆਨਤਾ ਵਿੱਚ ਅਣਜਾਣ ਪੁਣੇ ਵਿੱਚ ਹੀ ਆਪ ਜੀ ਨੂੰ ਦੁੱਖ ਦੇ ਬੈਠਾ, ਮਾਫ ਕਰ ਦਿਓ। ਦੀਨ ਦੇਖ ਕਰ ਦੀਨ ਦਿਆਲਾ ਕਹਿਓ ਕਰਨ ਉਪਕਾਰ ਵਿਸਾਲਾ। ਸਤਿਗੁਰਾਂ ਦਾ ਸੁਭਾਅ ਹੈ ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਇਹ ਬਿਰਧ ਸੁਆਮੀ ਸੰਧਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਚੰਗਾ ਭਾਈ ਆ ਜਾ। ਦੋਹਰਾ ਨਰਨ ਮਾਰਨ ਜੇ ਪਰ ਹਰੈ ਤੋ ਤੂੰ ਬਖਸ਼ਿਆ ਜਾਏ। ਨਰ ਮਾਰਨ ਜੇ ਪਰ ਹਰੈ, ਕਹਿੰਦੇ ਵਾਦਾ ਕਰ, ਕੰਨ ਫੜ, ਅੱਜ ਤੋਂ ਬਾਅਦ ਕਿਸੇ ਬਾਹਰੋਂ ਆਉਣ ਵਾਲੇ ਬੰਦੇ ਨੂੰ ਮਾਰੇਗਾ ਨਹੀਂ, ਕਿਉਂਕਿ ਇਹਨੇ ਪਹਿਲਾਂ ਬਹੁਤ ਸਾਰੇ ਲੋਕ ਮਾਰੇ ਆ। ਨਾਨਕ ਜੀ ਇਸੇ ਗੱਲ ਤੋਂ ਰੋਕਣ ਵਾਸਤੇ ਇਹਦੇ ਦੇਸ਼ ਪਹੁੰਚੇ ਨੇ। ਤੇ ਆਪ ਜੀ ਜਾਣਦੇ ਹੋ ਕਿ ਜਿਹੜੇ ਹਬਸ਼ੀ ਲੋਕ ਹੈ, ਅਫਰੀਕੀ ਲੋਕ ਹੈ, ਹਰ ਤਰ੍ਹਾਂ ਦਾ ਮਾਸ ਵੀ ਖਾ ਜਾਂਦੇ ਆ। ਹੋ ਸਕਦਾ ਬਾਹਰਲੇ ਬੰਦਿਆਂ ਨੂੰ ਮਾਰ ਕੇ ਖਾ ਜਾਂਦੇ ਹੋਣ। ਸੱਪ, ਹੋਰ ਵੱਡੇ ਵੱਡੇ ਜੰਗਲੀ ਜਾਨਵਰ ਅਸੀਂ ਖਾ ਜਾਂਦੇ ਆ ਰੜ ਕੇ ਗੁਰੂ ਪਿਆਰੇ। ਇਸ ਕਰਕੇ ਨਾਨਕ ਜੀ ਕਹਿੰਦੇ ਵਾਅਦਾ ਕਰ, ਕੰਨ ਫੜ, ਕਿ ਅੱਜ ਤੋਂ ਬਾਅਦ ਤੂੰ ਬਾਹਰੋਂ ਆਉਣ ਵਾਲੇ ਬੰਦਿਆਂ ਨੂੰ ਮਾਰੇਗਾ ਨਹੀਂ। ਐ ਤਿਆਗੇ ਦੁੱਖ ਪਾਏ ਹੈ ਦੋਚਕ ਮਿਲੇ ਸਜਾਏ। ਜੇ ਤੂੰ ਸਾਡੀ ਗੱਲ ਨਹੀਂ ਮੰਨੇਗਾ, ਇਹ ਜੀਵਾਂ ਨੂੰ ਮਾਰਨਾ, ਬੰਦਿਆਂ ਨੂੰ ਮਾਰਨਾ ਨਹੀਂ ਬੰਦ ਕਰੇਗਾ,
ਤਾਂ ਤੈਨੂੰ ਨਰਕਾਂ ਵਿੱਚ ਸਿੱਟਿਆ ਜਾਊਗਾ। चौपाई लाज बर्द सुन पैना लायो, जब को तुमरे पग लपटायो। ਇਹ ਰਾਜੇ ਦਾ ਨਾਮ ਹੈ ਲਾਜਵਰਦ। ਇਹ ਰਾਜਾ ਲਾਜਵਰਦ ਹੱਥੀਂ ਪੈਰੀ ਪੈ ਗਿਆ ਹੈ। ਕਹਿੰਦਾ ਨਹੀਂ ਮਹਾਰਾਜ, ਅੱਜ ਤੋਂ ਬਾਅਦ ਮੈਂ ਕੰਨ ਫੜਦਾ ਹਾਂ। तृण तोरण की शक्त न रही, और कहो जो कर हो सही। ਬੰਦਾ ਮਾਰਨਾ ਤਾਂ ਦੂਰ ਦੀ ਗੱਲ ਹੈ, ਮੈਨੂੰ ਲੱਗਦਾ ਹੁਣ ਤਾਂ ਮੈਥੋਂ ਡੱਕਾ ਵੀ ਨਹੀਂ ਤੋੜਿਆ ਜਾਣਾ, ਭਾਵ ਕਿਸੇ ਨੂੰ ਮਾਰਿਆ ਨਹੀਂ ਜਾਣਾ। ਜਿਵੇਂ ਕਹੋਗੇ ਉਵੇਂ ਕਰੂੰਗਾ। जीत हमरी ऐसमानी, सत नाम सिमरो सुखदानी। ਜੇ ਤੂੰ ਸਾਡੇ ਆਏ ਸਾਡਾ ਹੁਕਮ ਮੰਨਦਾ ਹੈ, ਤਾਂ ਫਿਰ ਆ ਸਿਮਰਨ ਕਰਿਆ ਕਰ ਸਤਨਾਮ ਦਾ। कर आहार को हित खुदाई, देश अपने देग चलाई। ਔਰ ਲੰਗਰ ਤਿਆਰ ਕਰਕੇ ਰੱਬ ਦੇ ਨਾਂ ਤੇ, ਖੁਦਾ ਦੇ ਨਾਂ ਤੇ ਗਰੀਬ ਲੋਕਾਂ ਨੂੰ ਖਵਾਇਆ ਕਰ। ਆਪਣੇ ਦੇਸ਼ ਵਿੱਚ ਲੰਗਰ ਚਲਾਇਆ ਕਰ। ਜਿਵੇਂ ਜਿੱਥੇ ਵੀ ਜਾਂਦੇ ਆ ਪਾਤਸ਼ਾਹ ਇਹ ਦੋ ਚੀਜ਼ਾਂ ਸੇਵਾ ਤੇ ਸਿਮਰਨ ਸਿਖਾਉਂਦੇ ਆ। ਅੱਜ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਲੰਗਰ ਚੱਲਦੇ ਆ ਨਾ, ਇਹ ਗੁਰੂ ਨਾਨਕ ਜੀ ਦੀ ਹੀ ਕਿਰਪਾ ਹੈ। ਪਾਤਸ਼ਾਹ ਕਹਿੰਦੇ ਆਪਣੇ ਖਜ਼ਾਨੇ ਚੋਂ ਲੰਗਰ ਚਲਾਇਆ ਕਰ। भूखा रहन न को पावै, वस्त्र सो दियो नगर जो आवै। ਜੇ ਤੁਹਾਡੇ ਨਗਰ ਦੇ ਵਿੱਚ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ, ਜੇ ਕੋਈ ਨੰਗਾ ਆਵੇ ਤੇ ਉਹਨੂੰ ਵਸਤਰ ਕੱਪੜੇ ਦਿਆ ਕਰ। आजच की पर वर्ष करीजै, कलमल करने सब तज दीजै। ਗਰੀਬਾਂ ਦੀ ਮਦਦ ਕਰਿਆ ਕਰ। ਮੈਂ ਵੀ ਉਹਦੇ ਨਾਲ ਆ ਜਿਹੜਾ ਗਰੀਬਾਂ ਦੀ ਮਦਦ ਕਰਦਾ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀਆਂ, ਤਿੱਥੈ ਨਦਰ ਤੇਰੀ ਬਖਸ਼ੀਸ਼। ਇਸ ਕਰਕੇ ਭਲਿਆ ਗਰੀਬਾਂ ਨੂੰ ਸੰਭਾਲਿਆ ਕਰ। मान बचन की नो सो कामो, सिमरन करन लगा सतनामो। ਇਹ ਪਾਪ ਕਰਨੇ, ਬੰਦੇ ਮਾਰਨੇ ਬੰਦ ਕਰ, ਪ੍ਰਣਾਮ ਜਪਿਆ ਕਰ। ਉਸ ਦਿਨ ਤੋਂ ਫਿਰ ਹਬਸ਼ੀ ਰਾਜੇ ਨੇ ਗੱਲ ਮੰਨ ਲਈ ਹੈ ਪ੍ਰੀਤਮ ਦੀ, ਜਿਸ ਦਾ ਨਾਮ ਹੈ ਲਾਜਵਰਦ। ਔਰ ਫਿਰ ਸਿਮਰਨ ਕਰਨ ਲੱਗਿਆ ਹੈ। पर पीर करियो श्री नानक ताही, भ्यो मरीद सेव चित ताही। ਔਰ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪੀਰ ਮਤਲਬ ਗੁਰੂ ਮੰਨ ਲਿਆ ਹੈ। ਔਰ ਇਹ ਗੁਰੂ ਨਾਨਕ ਜੀ ਦਾ ਸਿੱਖ ਬਣ ਗਿਆ ਹੈ। केतक दिवस बसे तैपुर में, पसरियो सो जस सर्व घर घर में। ਔਰ ਮੇਰੇ ਪ੍ਰੀਤਮ ਜੀ ਕਈ ਦਿਨ ਫਿਰ ਇਸ ਪੁਰੀ ਵਿੱਚ ਰਹੇ ਨੇ ਕਿ ਸਾਰੇ ਦੇਸ਼ ਵਿੱਚ ਗੁਰੂ ਨਾਨਕ ਜੀ ਦੀਆਂ ਸਿਫਤਾਂ ਫੈਲ ਗਈਆਂ ਵੀ ਆਪਣੇ ਦੇਸ਼ ਦਾ ਰਾਜਾ ਕਿੰਨਾ ਗੰਦਾ ਹੁੰਦਾ ਸੀਗਾ। ਇੱਕ ਫਕੀਰ ਆਇਆ, ਇੱਕ ਸਾਧ ਆਇਆ, ਉਹਨੇ ਬਦਲ ਕੇ ਰੱਖ ਦਿੱਤਾ ਹੈ। ਜਿਵੇਂ ਜਿਵੇਂ ਲੋਕ ਸੁਣਦੇ ਨੇ ਫਿਰ ਰਾਜਧਾਨੀ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਲਈ ਜਾਂਦੇ ਐ। होवन लगी अत्यंत की सेवा, जपे नाम श्री अलख अपेवा। ਇਉਂ ਇਸ ਦੇਸ਼ ਦੇ ਵਿੱਚ ਵੀ ਗਰੀਬਾਂ ਦੀ, ਲੋੜਵੰਦਾਂ ਦੀ, ਬਾਹਰੋਂ ਆਏ ਲੋਕਾਂ ਦੀ ਸੇਵਾ ਮਦਦ ਹੋਣ ਲੱਗੀ। ਜਿੱਥੇ ਰਾਜਾ ਨਾਮ ਜਪਦਾ ਹੈ, ਉਹਦੀ ਜਨਤਾ ਨੂੰ ਵੀ ਨਾਮ ਜਪਣ ਲਾ ਦਿੱਤਾ ਹੈ। एक दिवस बैठी जगसाई, श्री अंगद में गिरा अलाई। ਭਾਈ ਸਾਹਿਬ ਭਾਈ ਬਾਲਾ ਜੀ ਕਥਾ ਸੁਣਾਉਂਦੇ ਹੋਏ ਸੰਬੋਧਨ ਹੁੰਦੇ ਐ। ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ, ਇੱਕ ਦਿਨ ਦੀ ਗੱਲ ਹੈ, ਮੈਂ ਬੇਨਤੀ ਕੀਤੀ। रामचंद्र श्री प्रभ अवतारा, दैतन को पुल जाहि संगारा। ਮਹਾਰਾਜ ਉਹ ਰਾਮਚੰਦ ਅਵਤਾਰ ਵੀ ਹੋਇਆ, ਰਾਜਾ ਵੀ ਹੋਇਆ ਹੈ, ਜਿਸ ਨੇ ਦੈਂਤਾਂ ਦੀ ਕੁਲ ਦਾ ਖਾਤਮਾ ਕੀਤਾ ਹੈ। लंका होती उदल की माही, मार्ग जान कहाँ को नाही। ਉਹ ਜਿਹੜੀ ਲੰਕਾ ਸੀ ਉਹ ਰਾਜੇ ਰਾਵਣ ਦੀ, ਜਿਸ ਦੇ ਚਾਰ ਛਪੇਰੇ ਦਰਿਆ ਹੀ ਦਰਿਆ ਸੀ, ਅੰਦਰ ਜਾਣ ਨੂੰ ਰਸਤਾ ਹੈ ਹੀ ਨਹੀਂ ਸੀ। गिरत राय तै सीत बंधावा, सब कब कटक पार सो लंघावा। ਜਿਸ ਦੇ ਵਿੱਚ ਉਸਨੇ ਪੱਥਰ, ਦਰਖਤ, ਲੱਕੜਾ ਸਿੱਟ ਕੇ ਨਦੀ ਬਣਾਈ, ਆਪਣਾ ਪੁਲ ਬਣਾ ਲਿਆ ਸੀਗਾ। ਉਹ ਫਿਰ ਬਾਨਰ ਸਾਣਾ ਨੂੰ ਕੱਟ ਪਾਉਂਦੀ ਆ ਫੌਜ, ਬਾਨਰਾਂ ਦੀ ਫੌਜ, ਦੈਂਤਾਂ ਦੀ ਫੌਜ ਉਸ ਲੰਕਾ ਦੇ ਅੰਦਰ ਵਾੜੀ ਸੀ। है अवलोकन लाल समोही, कृपा तार दिखावो ओही। ਮਹਾਰਾਜ ਉਹ ਇਲਾਕਾ ਨਾ ਦੇਖੀਏ ਆਪਾਂ, ਲੰਕਾ ਦਾ ਇਲਾਕਾ ਕਿੱਥੇ ਆ, ਉਹ ਕਿਰਪਾ ਕਰਕੇ ਉਹਦੇ ਵੀ ਦਰਸ਼ਨ ਕਰਵਾ ਦਿਓ। सुन के बोले परम कृपाला, तुमरा कहो करो बाला। ਚੱਲ ਭਾਈ ਬਾਲਿਆ, ਤੇਰਾ ਅੱਖਾਂ ਵੀ ਨਹੀਂ ਮੋੜਦੇ। विदा पई तिन ते बुरियाई, तत छिन गमन कीन गतदाई। ਬਰਿਆਈ ਦਾ ਮਤਲਬ ਹੈ ਮਸਾਂ ਮਸਾਂ ਧੱਕੇ ਨਾਲ, ਕਿਉਂਕਿ ਤੁਰ ਨਹੀਂ ਦਿੰਦੇ। ਫਿਰ ਜਿੱਥੇ ਹੀ ਪਾਤਸ਼ਾਹ ਜਾਂਦੇ ਆ ਬੜਾ ਸੰਗਤ ਨਾਲ ਪਿਆਰ ਪੈ ਜਾਂਦਾ ਹੈ।
ਸੰਗਤ ਜਾਣ ਨਹੀਂ ਦਿੰਦੀ ਉਹਨਾਂ ਦੇ ਕੋਲੋਂ, ਫਿਰ ਧੱਕੇ ਨਾਲ ਜਾਂਦੇ ਹਨ। ਔਰ ਇੱਥੋਂ ਬਾਦਸ਼ਾਹ ਕਹਿੰਦੇ ਚੱਲ ਤੈਨੂੰ ਲੰਕਾ ਵੀ ਦਿਖਾਵਾਂਗੇ। ਤੂਰਨ ਪਹੁੰਚੇ ਸਗ ਤੀਰੰ, ਬੈਠ ਗਈ ਤੈ ਗੁਣੀ ਗੀਰੰ। ਹੁਣ ਉੱਥੇ ਪਹੁੰਚ ਗਏ ਹਨ ਜਿੱਥੇ ਲੰਕਾ ਹੈ, ਤੇ ਲੰਕਾ ਦੇ ਦੁਆਲੇ ਅੱਜ ਵੀ ਕਹਿੰਦੇ ਉਹ ਨਦੀ ਸਾਗਰ ਦਰਿਆ ਛੱਡਿਆ ਹੋਇਆ ਹੈ। ਜਹ ਰਘੁਬੀਰ ਸੇਤ ਬੰਦਵਾਇਓ, ਏਕ ਲਿੰਗ ਸ਼ਿਵ ਤਾਹਾਂ ਸੁਹਾਇਓ। ਜਿੱਥੇ ਆਪਣਾ ਰਾਮਚੰਦਰ ਨੇ ਜਿੱਥੋਂ ਪੁਲ ਬਣਵਾਇਆ ਸੀ, ਇਹ ਰਾਮਚੰਦਰ, ਸ਼ਿਵ ਜੀ, ਬਰਮਾ, ਵਿਸ਼ਨੂੰ, ਮਹੇਸ਼, ਇਹ ਸਾਰੇ ਜਿਹੜੇ ਮੌਤ ਦੇ ਕਾਲ ਦੇ ਚੱਕਰ 'ਚ ਇੱਕ ਪਰਮੇਸ਼ਰੀ ਕਾਲ ਤੋਂ ਬਾਹਰ ਹੈ। ਤਾਂ ਹੁਣ ਇਸ ਕਰਕੇ ਰਾਮਚੰਦਰ ਨੇ ਉੱਥੇ ਕਿਹਦੀ ਆਰਾਧਨਾ ਕੀਤੀ? ਸ਼ਿਵ ਜੀ ਦੀ। ਪੁਲ ਬਣਾਉਣ ਜਦ ਲੱਗੇ ਨਾ, ਪੁਲ ਬਣਾਉਣ ਤੋਂ ਪਹਿਲਾਂ ਇਸ ਨੇ ਇੱਕ ਉੱਥੇ ਮਿੱਟੀ ਦਾ ਸ਼ਿਵਲਿੰਗ ਤਿਆਰ ਕੀਤਾ ਪਹਿਲਾਂ, ਉਸ ਦੀ ਨਿਸ਼ਾਨੀ ਜੀ ਬਣਾ ਕੇ ਫਿਰ ਉਸ ਦੀ ਆਰਾਧਨਾ ਕੀਤੀ। ਫਿਰ ਆਰਾਧਨਾ ਕਰਕੇ ਫਿਰ ਇਹਨਾਂ ਦਾ ਪੁਲ ਕਾਮਯਾਬ ਹੋਇਆ ਸੀ। ਕਹਿੰਦੇ ਅੱਜ ਵੀ ਉਹ ਸ਼ਿਵਲਿੰਗ ਉੱਥੇ ਹੈ ਜਿੱਥੋਂ ਦੀ ਪੁਲ ਬਣਾਇਆ ਸੀ। ਤੈਬ ਲੋਕ ਬੋਲਿਓ ਮਰਦਾਨਾ, ਕਿਸ ਪ੍ਰਵਾਕਾਰ ਸ਼ਿਵਲਿੰਗ ਸਥਾਨਾ। ਮਹਾਰਾਜ ਸ਼ਿਵਲਿੰਗ ਇੱਥੇ ਕਿਵੇਂ ਆ ਗਿਆ ਫਿਰ ਲੰਕਾ ਦੇ ਕੋਲ? ਕਹਿਣਾ ਇਹ ਸਥਾਪਨ ਕੀਨੋ, ਮਹਾ ਮਹਾਤਮ ਪੂਜਨ ਦੀਨੋ। ਇਹ ਇੱਥੇ ਕਿਵੇਂ ਆ ਗਿਆ? ਹਿੰਦੂ ਮਤ ਵਿੱਚ ਇਹਦਾ ਬੜਾ ਮਹਾਤਮ ਹੈ, ਇਹਦੀ ਪੂਜਾ ਅਰਚਨਾ ਦਾ। ਸਰਬ ਸੁਨਾਵੋ ਮੁਝੇ ਪ੍ਰਸੰਗਾ, ਭੂਤ ਭਵਿਖੀਏ ਲਖੋ ਸਰਬਗਾ। ਕਿਰਪਾ ਕਰਕੇ ਇਹਦੀ ਕੀ ਕਹਾਣੀ ਹੈ ਮੈਨੂੰ ਦੱਸਣੀ ਕਰੋ। ਦੋਹਰਾ ਸ਼੍ਰੀ ਨਾਨਕ ਬੋਲੇ ਬਚਨ, ਸੁਨ ਮਰਦਾਨੇ ਗਾਥ। ਬਾਬਾ ਜੀ ਕਹਿੰਦੇ ਮਰਦਾਨਿਆ ਇਹਦੀ ਕਹਾਣੀ ਕੁਝ ਇਉਂ ਹੈ। ਰਾਮਚੰਦਰ ਆਏ ਇਹਾਂ, ਬਾਂਦਰ ਦਿਲ ਕੇ ਸਾਥ। ਬਾਨਰਾਂ ਦੀ ਸੈਨਾ ਲੈ ਕੇ ਰਾਮਚੰਦਰ ਇੱਥੇ ਪਹੁੰਚਿਆ ਸੀ। ਚੌਪਈ ਉਦਤ ਬਿਲੋਕ ਤਰੇ ਤੇ ਵਿਚਾਰਾ, ਇਸਕੇ ਜਾਵੇ ਕਹਿ ਬਿਦ ਪਾਰਾ। ਇਹ ਪਾਣੀ 4 ਸਪੇਰੇ ਛੱਡਿਆ ਹੋਇਆ ਸੀਗਾ ਤਾਂ ਕਿ ਦੁਸ਼ਮਣ ਅੰਦਰ ਛੇਤੀ ਨਾ ਆ ਸਕੇ। ਇੱਥੇ ਬੈਠ ਕੇ ਉਹਨਾਂ ਨੇ ਵਿਚਾਰ ਕੀਤੀ ਵੀ ਲੰਕਾ ਦੇ ਵਿੱਚ ਸੀਤਾ ਹੈ, ਉਹਨੂੰ ਛੁਡਾ ਕੇ ਲਿਆਉਣਾ ਹੈ। ਇਸ ਲੰਕਾ ਵਿੱਚ ਕਿਵੇਂ ਵੜੀਏ? ਸਭ ਮਿਲ ਕਹਿਓ ਬੰਧਾਵੋ ਸੀਤਾ, ਮਾਨ ਲੀ ਨਸ ਰਘੁਕੁਲ ਕੀਤਾ। ਸਾਰੇ ਕਹਿਣ ਲੱਗੇ ਰਾਜਾ ਸਾਹਿਬ ਪਹਿਲਾਂ ਆਪਾਂ ਨੂੰ ਇੱਥੋਂ ਪੁਲ ਬਣਾਉਣਾ ਪੈਣਾ ਹੈ ਅੰਦਰ ਜਾਣ ਵਾਸਤੇ। ਪ੍ਰਥਮੇ ਸ਼ਿਵ ਕੀ ਪੂਜਾ ਕੀਨੀ, ਪੁਲ ਬਾਂਧਨ ਪੁਨ ਆਇਸ ਦੀਨੀ। ਇਸ ਕਰਕੇ ਜਿਹੜਾ ਵੀ ਕੰਮ ਕਰੀਏ ਪਹਿਲਾਂ ਆਗਿਆ ਗੁਰਾਂ ਦੇ ਕੋਲੋਂ ਲੈ ਲਈਏ। ਇਸ ਕਰਕੇ ਰਾਮਚੰਦਰ ਦਾ ਗੁਰੂ ਸ਼ਿਵ ਹੈ, ਤਾਂ ਉਸ ਨੇ ਪਹਿਲਾਂ ਸ਼ਿਵਲਿੰਗ ਬਣਾ ਕੇ ਉਹਦੀ ਪੂਜਾ ਅਰਚਨਾ ਕੀਤੀ। ਫਿਰ ਅੰਦਰ ਜਾਣ ਲਈ ਪੁਲ ਬਣਾਉਣ ਲੱਗੇ। ਕਾਜ ਕਰਨ ਦੀ ਜੋਨਾਗਾਰੀ, ਗੁਰ ਪੂਜੇ ਹੈ ਪੁਰਖ ਸੁਖਾਰੀ। ਭਾਈ ਸਾਹਿਬ ਵੀ ਲਿਖਦੇ ਐ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਜ ਦੇ ਸਵਾਰ ਸਤਿਗੁਰ ਸਤ ਸਾਖੀਐ। ਹਰ ਮਨੁੱਖ ਨੂੰ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਗੁਰੂ ਦੀ ਪੂਜਾ ਅਰਚਨਾ, ਅਰਦਾਸ ਬੇਨਤੀ ਜਿਵੇਂ ਅਸੀਂ ਕਰਦੇ ਹਾਂ ਉਹ ਕਰਨੀ ਚਾਹੀਦੀ ਆ। ਉਹਨੇ ਵੀ ਕੀਤੀ ਸੀ। ਤਬ ਕੋਏ ਸ਼ਿਵਲਿੰਗ ਸੁਹਾਵਾ, ਰਘੁਬਰ ਕੀਨ ਸੁਥਾਵਨ ਭਾਵਾ। ਇਹ ਰਾਮਚੰਦਰ ਨੇ ਹੀ ਇੱਥੇ ਬਣਾਇਆ ਸੀਗਾ, ਉਸੇ ਨੇ ਪੂਜਾ ਕੀਤੀ ਸੀ। ਬਾਨ ਪਰ ਲਿਖ ਕਰ ਨਿਜ ਨਾਮੋ, ਸੀਤ ਬਾਂਧ ਲੀਨੋ ਅਭਿਰਾਮੋ। ਔਰ ਫੇਰ ਕਹਿੰਦੇ ਵੀ ਐਦਾਂ ਕਰੋ, ਪੱਥਰ ਲਿਆ ਕੇ ਰੱਖੋ ਇਹਦੇ ਵਿੱਚ। ਜਦ ਪੱਥਰ ਲਿਆ ਕੇ ਵਿੱਚ ਰੱਖਣ ਲੱਗੇ ਉਹ ਥੱਲੇ ਡੁੱਬਣ ਲੱਗੇ, ਤਾਂ ਇਹਨਾਂ 'ਚ ਕੋਈ ਸਾਥੀ ਕਹਿਣ ਲੱਗਿਆ ਵੀ ਐਦਾਂ ਕਰੋ ਮਹਾਰਾਜ, ਅਸੀਂ ਪੱਥਰ ਲਿਆ ਕੇ ਦਿੰਦੇ ਹਾਂ, ਤੁਸੀਂ ਆਪਣੇ ਹੱਥ ਨਾਲ ਛੱਡੋ, ਸ਼ਾਇਦ ਉੱਪਰ ਤੈਰ ਜਾਣ, ਤੁਸੀਂ ਫਿਰ ਵੀ ਅਵਤਾਰ ਹੋ। ਰਾਮਚੰਦਰ ਕਹਿਣ ਲੱਗੇ ਮੇਰੇ ਹੱਥ ਨਾਲ ਛੱਡਿਆ ਵੀ ਨਹੀਂ ਤੈਰਨਾ। ਫਿਰ ਮਹਾਰਾਜ ਕਹਿੰਦੇ ਪੱਥਰਾਂ ਉੱਤੇ ਪਰਮੇਸ਼ਰ ਦਾ ਨਾਮ ਲਿਖੋ, ਰਾਮ ਰਾਮ। ਭਾਵੇਂ ਮੇਰਾ ਵੀ ਨਾਮ ਰਾਮਚੰਦਰ ਹੈ, ਪਰ ਮੈਂ ਉਹ ਰਾਮ ਨਹੀਂ ਹਾਂ, ਮੈਂ ਉਹ ਰੱਬ ਨਹੀਂ ਹਾਂ। ਏਕ ਰਾਮ ਦਸ਼ਰਥ का बेटा, एक राम घट घट मैं लेटा, एक राम का सगल पसारा, एक राम तीनों ते न्यारा। इस करके एक राम इन्हां तिन्नां तो परे है जो सारी सृष्टि नूं बनाउण वाला है। किसी ने इस विषय ते गल कर ली, सवाल पाता किसी मनुख नूं, कहंदे भी दस फिर इत्थे किन्ने राम हो गए? वो बंदा कहना मैं अपने गुरु नूं पुछ के दसूंगा। कहन लगे उसने फिर पूछया जाके गुरु नूं, कहना जिस तरह इको मनुख वो दसदा, उन्होंने जाके फिर कहना तू दस मेरे सवाल का जवाब दे। एक राम तेरे बाप का बेटा, कहना एक राम तेरा
ਬਾਪ ਦਾ ਬੇਟਾ ਹੈ, ਭਾਵ ਤੇਰਾ ਭਰਾ ਹੈ, ਤੇ ਇੱਕ ਰਾਮ ਉਹੀ ਮਨੁੱਖ ਕਹਿੰਦੇ ਜਿਹੜਾ ਹੈ ਇਸਤਰੀ ਦਾ ਪਤੀ ਹੈ, ਉਹੀ ਰਾਮ ਉਹੀ ਮਨੁੱਖ ਤੇਰੇ ਬੱਚਿਆਂ ਦਾ ਮਾਮਾ ਵੀ ਹੈ, ਉਹੀ ਮਨੁੱਖ ਤੇਰਾ ਸਾਲਾ ਵੀ ਹੈ। ਤਾਂ ਇਸ ਤਰ੍ਹਾਂ ਦੱਸ ਫਿਰ ਹੁਣ ਇਹ ਕਿੰਨੇ ਮਨੁੱਖ ਹੋ ਗਏ, ਤਿੰਨੇ ਬਾਪ ਕਿੰਨੇ ਹੋ ਗਏ ਤੇਰੇ? ਕਹਿੰਦਾ ਵੀ ਚੱਕਰ ਚ ਪਾਤਾ ਤੂੰ। ਕਹਿੰਦੇ ਬਸ ਇਹ ਚੱਕਰ ਹੀ ਆ, ਇਹ ਜਿਹੜਾ ਹੈ ਨਾ ਇਹ ਗੋਲ ਗੇਂਦ ਆ, ਇਹ ਧਰਮ ਹੈ ਜਿਹੜਾ, ਇਹਨੂੰ ਸਮਝਣਾ ਬਹੁਤ ਔਖਾ ਹੈ। ਸਾਰਿਆਂ ਵਿੱਚ ਹੀ ਪਰਮੇਸ਼ਰ ਦਾ ਵਾਸਾ ਹੈ। ਤੋ ਖੈਰ ਕਹਿਣ ਲੱਗੇ ਜਿਸ ਵੇਲੇ ਇਹ ਲੰਕਾ ਬਣਾਈ ਤੇ ਰਾਮਚੰਦਰ ਨੇ ਸ਼ਿਵ ਜੀ ਦੀ ਆਰਾਧਨਾ ਕੀਤੀ, ਤੇ ਜਿਸ ਵੇਲੇ ਪੱਥਰ ਛੱਡਣ ਲੱਗੇ ਪੱਥਰ ਡੁੱਬੀ ਜਾਣ, ਤੇ ਉੱਥੇ ਵੀ ਰਾਮਚੰਦਰ ਨੇ ਇਹ ਕਿਹਾ ਕਿ ਮੈਂ ਰਾਮ ਸਰੀਰ ਕਰਕੇ ਹਾਂ, ਪਰ ਰਾਮ ਪਰਮੇਸ਼ਰ ਮੈਥੋਂ ਪਰੇ ਹੈ। ਇਹਨਾਂ ਪੱਥਰਾਂ ਤੇ ਰਾਮ ਰਾਮ ਸ਼ਬਦ ਲਿਖੋ, ਫੇਰ ਤਰਨਗੇ। ਭਾਵ ਇਸ ਦਾ ਜਿਹੜਾ ਹੈ ਇਸ਼ਾਰਾ ਸਾਡੇ ਵੱਲ ਵੀ ਹੈ, ਸਾਡੇ ਹਿਰਦਿਆਂ ਦੇ ਉੱਤੇ ਪਰਮੇਸ਼ਰ ਦਾ ਨਾਮ ਰਾਮ ਵਾਹਿਗੁਰੂ ਅੱਲਾਹ ਖੁਦਾ ਆਪੋ ਆਪਣੇ ਧਰਮ ਮੁਤਾਬਕ ਲਿਖਿਆ ਜਾਵੇ, ਤਾਂ ਹੀ ਆਪਾਂ ਤਰ ਸਕਦੇ ਹਾਂ। ਤਾਂ ਕਹਿੰਦੇ ਫਿਰ ਪੱਥਰਾਂ ਉੱਤੇ ਰਾਮ ਰਾਮ ਲਿਖ ਕੇ ਛੱਡਣਾ ਕੀਤਾ। ਮਰਦਾਨਾ ਕੇ ਪਾਸ ਦੇਹੂ ਕਿਉ ਰਘੁਬੀਰ ਕੀਨ ਕ੍ਰਿਤੇਹੂ। ਹੁਣ ਮਰਦਾਨਾ ਕਹਿਣ ਲੱਗਿਆ ਮਹਾਰਾਜ ਰਾਮਚੰਦਰ ਤਾਂ ਖੁਦ ਅਵਤਾਰ ਸੀਗਾ, ਉਹਨੂੰ ਸ਼ਿਵਲਿੰਗ ਦੀ ਪੂਜਾ ਕਰਨ ਦੀ ਕੀ ਲੋੜ ਸੀ? ਫਿਰ ਸਰਬ ਭਾਤ ਸਮਰੱਥ ਗੁਸਾਈ ਆਪ ਰੁਤੇ ਠਾਂਡੀ ਜੈ ਥਾਈ। ਜਦੋਂ ਖੁਦ ਸਮਰੱਥ ਸੀਗਾ ਰਾਮਚੰਦਰ, ਫਿਰ ਉਹਨੂੰ ਸ਼ਿਵ ਜੀ ਦੀ ਪੂਜਾ ਕਰਨ ਦੀ ਕਿਉਂ ਲੋੜ ਪਈ? ਕਿਉਂ ਸ਼ਿਵ ਅਪੇਖਨ ਕੀਨਾ ਇੱਕ ਸੰਸੇ ਮੁਝ ਇਹੋ ਪ੍ਰਵੀਨਾ। ਇਹ ਨਵਾਂ ਸ਼ੰਕਾ ਮੇਰੇ ਅੰਦਰ ਪੈਦਾ ਹੋ ਗਿਆ ਵੀ ਉਹ ਤਾਂ ਅਵਤਾਰ ਮੰਨਿਆ ਜਾਂਦਾ ਹੈ, ਉਹਨੇ ਕਿਉਂ ਪੂਜਿਆ? ਆਪਣੋ ਲਿਖ ਕਰ ਨਾਮ ਬਹੋਰੀ ਤਾਰੇ ਪਾਹਨ ਰਾਖੀ ਜੋਰੀ। ਕਿ ਉਸ ਨੇ ਪੱਥਰਾਂ ਤੇ ਆਪਣਾ ਰਾਮ ਸ਼ਬਦ ਲਿਖ ਕੇ ਤਾਰ ਦਿੱਤੇ। ਇਸ ਪ੍ਰਕਾਰ ਕਿਉਂ ਕੀਨ ਪ੍ਰਯਾਸਾ ਔਰ ਸੰਸੇ ਦੇਵ ਦੇਹੋ ਬਿਨਾਸਾ। ਇਹ ਦੋ ਸੰਸੇ, ਇੱਕ ਪਾਸੇ ਤਾਂ ਪੱਥਰਾਂ ਤੇ ਰਾਮ ਰਾਮ ਲਿਖ ਕੇ ਤਾਰਦਾ, ਇੱਕ ਪਾਸੇ ਸ਼ਿਵ ਜੀ ਦੀ ਆਰਾਧਨਾ ਕਰਦਾ ਹੈ। ਇਹਦਾ ਕੀ ਕਾਰਨ ਹੈ? ਇਹ ਦੋ ਸ਼ੰਕੇ ਨਿਵਰਤ ਕਰੋ। ਹੈ ਬਲਹੀਨੇ ਉਹ ਬਨਿਆਈ ਅਪਰਾ ਲੰਬ ਪਾਈ ਕਰ ਜਾਈ। ਇਹਦਾ ਮਤਲਬ ਚ ਇੰਨੀ ਤਾਕਤ ਨਹੀਂ ਸੀ, ਸਮਰੱਥ ਨਹੀਂ ਸੀਗਾ, ਜਿਹਨੇ ਦੂਜੇ ਦਾ ਸਹਾਰਾ ਲਿਆ। ਫਿਰ ਸੁਣ ਕਰ ਕਿਰਪਾ ਨਿਦਾਨ ਬਖਾਨਾ ਉੱਤਰ ਸੁਣੋ ਕਾਨ ਮਰਦਾਨਾ। ਧੰਨ ਗੁਰੂ ਨਾਨਕ ਦੇਵ ਜੀ ਇੱਥੇ ਫਿਰ ਗੱਲ ਸਮਝਾਉਂਦੇ ਆ। ਇੱਕ ਭਗਤ ਨਾਮ ਕੀ ਬੜ ਬੜਿਆਈ ਸੁਨਰ ਸਾਮੇ ਆਪ ਰਖਾਈ। ਨਹੀਂ ਮਰਦਾਨਿਆ, ਪਰਮੇਸ਼ਰ ਦੀ ਭਗਤੀ ਤੇ ਪਰਮੇਸ਼ਰ ਦੇ ਨਾਮ ਦੀ ਵੱਡੀ ਵਡਿਆਈ ਆ। ਇਹ ਤਾਂ ਦੇਵਤਿਆਂ, ਮਨੁੱਖਾਂ ਅਤੇ ਦੈਂਤਾਂ ਵਿੱਚ ਵੀ ਗੱਲ ਮੰਨੀ ਗਈ ਆ। ਸਭ ਭਗਤਨ ਮੈਂ ਸ਼ੰਭੂ ਮਹਾਨਾ ਆਖੋ ਜਾਮ ਧਰੇ ਉਰ ਧਿਆਨਾ। ਔਰ ਭਗਤਾਂ ਦੇ ਵਿੱਚੋਂ ਵੱਡਾ ਭਗਤ ਸ਼ੰਭੂ ਹੈ, ਮਹਾਦੇਵ ਹੈ, ਕਿਉਂਕਿ ਉਸ ਦਾ ਧਿਆਨ ਬੜਾ ਪੱਕਾ ਹੈ। ਜਦੋਂ ਧਿਆਨ 'ਚ ਬਹਿ ਜਾਂਦਾ ਹੈ, 8-8 ਪੈਰ ਉੱਠਦਾ ਹੀ ਨਹੀਂ। ਵਿਸ਼ਨ ਸਤੋ ਗੁਣ ਉਜਲ ਰੰਗਾ ਕਰਤ ਧਿਆਨ ਸਥਿਤ ਪਾਸਰ ਬੱਗਾ। ਜਿਹੜਾ ਵਿਸ਼ਨੂੰ ਆ ਉਹ ਸਤੋ ਗੁਣੀ ਹੈ, ਉਸ ਦਾ ਧਿਆਨ ਕਰਦਾ ਹੈ। ਕਾਮ ਗੁਣ ਸ਼ਿਆਮ ਸੋ ਸ਼ਿਵ ਵਿਖਿਆਤੀ ਵਿਸ਼ਨ ਧਿਆਨ ਕਰ ਹੀ ਦਿਨ ਰਾਤੀ। ਇਸ ਤਰ੍ਹਾਂ ਕਹਿੰਦੇ ਰਾਮ ਸ਼ਿਵ ਜੀ ਦਾ ਧਿਆਨ ਕਰਦਾ ਹੈ, ਵਿਸ਼ਨੂੰ ਵੀ ਸ਼ਿਵ ਜੀ ਦਾ ਧਿਆਨ ਕਰਦਾ ਹੈ। ਸ਼ਿਆਮ ਰੂਪ ਪਾ ਕਾਰਣੇ ਹੀ ਪੇ ਬਪਰੀਤ ਰੰਗ ਦੋ ਦੇ। ਬਸ ਕਹਿੰਦੇ ਇੱਧਰ ਰਾਮ ਸੀ, ਉੱਧਰ ਵਿਸ਼ਨੂੰ ਸੀ, ਇਹ ਸਾਰੇ ਇੱਕੋ ਹੀ ਰੂਪ ਹਨ। ਦੇਈਆਂ ਦੋ ਹਨ। ਕਹਿੰਦੇ ਰਾਮ ਵੀ ਵਿਸ਼ਨੂੰ ਦਾ ਰੂਪ ਹੈ, ਪਰ ਵਿਸ਼ਨੂੰ ਸ਼ਿਵ ਜੀ ਨੂੰ ਵੱਡਾ ਮੰਨਦਾ ਹੈ। ਇਨਮੇ ਭੇਦ ਨ ਰੰਚਕ ਜਾਨੋ ਤਵੈ ਸਰੂਪ ਇਕ ਜੋਤ ਪਛਾਨੋ। ਬਾਕੀ ਕੋਈ ਫਰਕ ਨਾ ਸਮਝੋ, ਦੋ ਸਰੂਪ ਹਨ, ਜੋਤ ਇੱਕੋ ਹੀ ਹੈ ਦੋਨਾਂ ਦੀ। ਅਬ ਸੁਨ ਨਾਮ ਲਿਖਿਓ ਜੋ ਕਹੋ ਤੇਰੂ ਉਰ ਕਾ ਸੰਸਾਦ ਹੋ। ਆ ਜਿਹੜਾ ਪੱਥਰਾਂ ਤੇ ਨਾਮ ਲਿਖ ਕੇ ਛੱਡਿਆ, ਇਹਦੇ ਬਾਰੇ ਵੀ ਸੁਣ ਲੈ। ਰੂਪ ਦੇ ਕੁਦਰੇ ਹੈ ਥੋਰੇ ਜਪਤ ਨਾਮ ਕੋ ਤਰੇ ਕਰੋਰੇ। ਸਰੀਰਾਂ ਦੀ ਪੂਜਾ ਕਰਕੇ ਥੋੜੇ ਤਰਦੇ ਨੇ, ਨਾਮ ਜਪ ਕੇ ਜ਼ਿਆਦਾ ਤਰਦੇ ਆ। ਤਰੇ ਵੀ ਹੈ ਤੇ ਅੱਗੋਂ ਵੀ ਤਰਨਗੇ। ਤੇ ਆਪਾਂ ਨੂੰ ਵੀ ਸਤਿਗੁਰਾਂ ਨੇ ਸ਼ਬਦ ਨਾਲ ਹੀ ਜੋੜੇ, ਸਰੀਰਾਂ ਨਾਲ ਨਹੀਂ ਜੋੜਿਆ, ਸਾਖੀ ਪੂਜਾ ਨਾਲ ਨਹੀਂ ਜੋੜਿਆ, ਮੂਰਤੀ ਪੂਜਾ ਨਾਲ ਨਹੀਂ ਜੋੜੇ। ਦਰਸ਼ਨ ਤਾਂ ਉਹਨਾਂ ਚਿਰ ਹੀ ਹੋਣਗੇ ਜਿੰਨਾ ਚਿਰ ਸਰੀਰ ਵਿੱਚ ਹੈ। ਜਿਵੇਂ ਸਤਿਗੁਰੂ 1708 ਤੱਕ ਸਰੀਰ ਵਿੱਚ ਰਹੇ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ, ਏਦਾਂ ਵੀ ਅਰਦਾਸ 'ਚ ਕਹਿੰਦੇ ਆ। ਪਰ ਅੱਜ ਉਹਨਾਂ ਦੇ ਦਰਸ਼ਨ ਕਿਵੇਂ ਕਰੀਏ? ਤਾਂ ਤੇ 10ਵੇਂ ਪਾਤਸ਼ਾਹ ਜੀ ਨੇ ਅਲੋਪ ਹੋਣ ਤੋਂ ਪਹਿਲਾਂ ਦੱਸਤਾ, ਮੇਰਾ ਰੂਪ ਗ੍ਰੰਥ ਜੀ ਜਾਣ।
ਇਸ ਮੈਂ ਭੇਦ ਨ ਰੰਚ ਕਮਾਣ, ਜੋ ਮੁਝ ਬਚਨ ਕਰਨ ਕੀ ਚਾਹੇ। ਮੇਰੇ ਤੋਂ ਬਾਅਦ ਜੇ ਮੇਰੇ ਨਾਲ ਗੱਲ ਕਰਨੀ ਹੋਵੇ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ। ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਨੋ। ਬਈ ਮੈਂ ਕੱਲ ਨੂੰ ਅਲੋਪ ਹੋਣਾ, ਜਾਣਾ ਸਭ ਨੇ ਦੁਨੀਆ 'ਚੋਂ ਅਲੋਪ ਹੋਣਾ। ਇਸ ਕਰਕੇ ਫਿਰ ਤੁਸੀਂ ਕੀ ਕਰੋਗੇ, ਕਿੱਧਰ ਜਾਓਗੇ? ਤਾਂ ਤੇ ਸਮੇਂ ਦੇ ਨਾਲ ਹੀ ਸਲਾਹ ਦੇ ਦਿੱਤੀ ਆ, ਸਮੇਂ ਦੇ ਨਾਲ ਹੀ ਇੰਤਜ਼ਾਮ ਕਰ ਦਿੱਤਾ ਹੈ। ਸ਼੍ਰੀ ਨੰਦੇੜ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਸਾਹਿਬ ਜੀ ਦਾ ਸਰੂਪ ਪ੍ਰਕਾਸ਼ਮਾਨ ਕਰਕੇ ਆਪ 5 ਪੈਸੇ ਤੇ ਨਾਰੀਅਲ ਮੱਥਾ ਟੇਕ ਕੇ ਕਹਿ ਦਿੱਤਾ, ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥਾ। ਪਿਛਲੇ ਦਿਨੀ ਦਿਹਾੜਾ ਟੱਪ ਕੇ ਹਟਿਆ ਹੈ ਸੰਪੂਰਨਤਾ ਦਿਵਸ, ਜਿਹੜਾ ਗੁਰੂ ਗ੍ਰੰਥ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਲਿਖਿਆ। ਉਹ ਸਰੂਪ ਧੀਰਮਲੀਆਂ ਕੋਲ ਸੀਗਾ ਔਰ ਧੀਰਮਲ ਨੇ ਉਹ ਸਰੂਪ ਦਿੱਤਾ ਨਹੀਂ, ਸਤਿਗੁਰਾਂ ਨੇ ਅਰਥ ਕਰਕੇ ਸੰਗਤਾਂ ਨੂੰ ਸੁਣਾਉਣੇ ਸੀ। ਔਰ ਉਹ ਕਹਿਣ ਲੱਗਿਆ ਇਹ ਸਾਡੇ ਬਾਬੇ ਦਾ ਹੈ। ਸਿੱਖਾਂ ਨੇ ਕਿਹਾ, ਭਾਈ ਮਲਾਗਰ ਸਿੰਘ ਹੋਰਿਆਂ ਨੇ, ਸਿੱਖਾਂ ਨੇ ਜਥੇ ਨੇ, ਓਏ ਫੇਰ ਕੀ ਹੋ ਗਿਆ ਯਾਰ, ਉਹ ਬਾਬਾ ਤੇ ਬਾਬਾ ਕੋਈ ਫਰਕ ਥੋੜਾ ਹੀ ਹੈ, ਉਹ ਵੀ ਆਪਣੇ ਗੁਰੂ ਆ। ਪੰਜਵੇਂ ਪਾਤਸ਼ਾਹ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਉਹਨਾਂ ਦੇ ਰੂਪ ਹੈ। ਧੀਰਮਲ ਕਹਿੰਦਾ ਜੀ ਉਹ ਗੁਰੂ ਆ ਤੇ ਆਪਦਾ ਆਪੇ ਲਿਖ ਲੈਣ। ਹੁਣ ਸਿੱਖਾਂ ਨੇ ਉੱਥੇ ਸਿੰਘਾਂ ਨੇ ਜਥੇ ਨੇ ਕੋਈ ਝਗੜਾ ਨਹੀਂ ਕੀਤਾ, ਚੁੱਪ ਕਰਕੇ ਵਾਪਸ ਆ ਗਏ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਕਹਿਣ ਲੱਗੇ, ਜੀ ਧੀਰਮਲ ਤਾਂ ਕਹਿੰਦਾ ਇਹ ਸਾਡੇ ਬਾਬੇ ਦਾ, ਅਸੀਂ ਨਹੀਂ ਦੇਣਾ। ਅਸੀਂ ਕਿਹਾ ਵੀ ਉਹ ਵੀ ਆਪਣੇ ਬਾਬਾ ਹੈ, ਆਪਣੇ ਗੁਰੂ ਹੈ। ਉਹ ਕਹਿੰਦਾ ਜੀ ਉਹ ਗੁਰੂ ਹੈ ਤੇ ਆਪਦਾ ਆਪੇ ਲਿਖ ਲੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚਲੋ ਠੀਕ ਹੈ, ਉਸ ਗ੍ਰੰਥ ਸਾਹਿਬ ਕੋਲੋਂ ਹੁਕਮ ਆ ਗਿਆ ਵੀ ਆਪੇ ਲਿਖ ਲਾ। ਹੁਣ ਇਹ ਧੀਰਮਲ ਨੂੰ ਬੋਲਿਆ ਨਾ ਸਮਝੋ, ਮਾਨੋ ਗੁਰੂ ਨੇ ਹੀ ਕਿਹਾ ਕਿ ਆਪੇ ਲਿਖ ਲਾ ਦੁਬਾਰਾ। ਤਾਂ ਫਿਰ ਦਮਦਮਾ ਸਾਹਿਬ ਤਲਵੰਡੀ ਵਿਖੇ ਗੁਰਦੁਆਰਾ ਲਿਖਣਸਰ ਸਾਹਿਬ ਜਿਹਦੇ ਸਾਹਮਣੇ ਛੋਟੀ ਜਿਹੀ ਸਰੋਵਰ ਤਲਾਈ ਹੈ, ਉੱਥੇ ਸ਼ਾਹੀ ਦਾ ਅਰੇਂਜਮੈਂਟ ਕਰਕੇ, ਉੱਥੇ ਤੰਬੂ ਲਾ ਕਰਕੇ ਭਾਈ ਮਣੀ ਸਿੰਘ ਨੂੰ ਲਖਾਰੀ ਲਾ ਕੇ, ਬਾਬਾ ਦੀਪ ਸਿੰਘ ਜੀ ਨੂੰ ਨਾਲ ਲਾ ਕੇ ਸਹਾਇਕ, ਇਹਨਾਂ ਦੋਨਾਂ ਨੇ ਲਿਖਣ ਵਿੱਚ ਮਦਦ ਕੀਤੀ ਔਰ ਸਤਿਗੁਰਾਂ ਨੇ ਉਚਾਰਨ ਕੀਤਾ। ਔਰ 9ਵੇਂ ਪਾਤਸ਼ਾਹ ਦੀ ਬਾਣੀ ਜੋ ਦਿੱਲੀ ਤੋਂ ਇਹਨਾਂ ਕੋਲ ਸ੍ਰੀ ਅਨੰਦਪੁਰ ਸਾਹਿਬ ਆ ਗਈ ਸੀ, ਉਹ ਵੀ ਇਹਨਾਂ ਦੇ ਕੋਲ ਸੀ। ਤਾਂ ਇਸ ਤਰ੍ਹਾਂ ਉਹ ਬਾਣੀ ਵੀ ਥਾਂ ਪਰ ਥਾਂ ਵਿੱਚ ਰਾਗਾਂ ਦੇ ਸੈੱਟ ਕਰ ਦਿੱਤੀ। ਅਖੀਰ ਤੇ 9ਵੇਂ ਪਾਤਸ਼ਾਹ ਜੀ ਦੇ ਸ਼ਲੋਕ ਲਿਖ ਦਿੱਤੇ ਭੋਗ ਵਾਲੇ ਤੇ ਸੰਪੂਰਨ ਕਰ ਦਿੱਤਾ। ਗੁਰੂ ਪਿਆਰਿਓ, ਅਖੀਰ ਤੇ ਸ਼ਬਦ ਲਿਖ ਦਿੱਤਾ, ਮੰਦਾਵਨੀ ਮਹੱਲਾ ਪੰਜਵਾਂ। ਮੁੰਦਨਾ ਭਾਵ ਲੋਕ ਲਾ ਦੇਣਾ, ਭਾਵ ਸੰਪੂਰਨ ਕਰਕੇ ਸਤਿਗੁਰਾਂ ਨੇ ਲਿਖ ਕੇ ਰੱਖ ਦਿੱਤਾ ਔਰ ਕਹਿ ਦਿੱਤਾ ਕਿ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਖੀਰ ਤੇ ਪੰਜਵੇਂ ਪਾਤਸ਼ਾਹ ਜੀ ਵਾਲਾ ਸ਼ਬਦ ਲਾ ਦਿੱਤਾ ਔਰ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਾ ਦਿੱਤੀ, ਸਿੱਖਾ ਤੂੰ ਇੱਥੇ ਹੀ ਰਹਿਣਾ ਹੈ, ਇਹ ਗੁਰੂ ਕੀ ਕਾਸ਼ੀ ਹੈ, ਤੂੰ ਇਸ ਗ੍ਰੰਥ ਸਾਹਿਬ ਦੇ ਉਤਾਰੇ ਕਰ। ਔਰ ਇਸ ਤਰ੍ਹਾਂ ਇੱਕ ਉਤਾਰਾ ਪਾਤਸ਼ਾਹ ਜੀ ਆਪਣੇ ਨਾਲ ਲੈ ਗਏ ਔਰ ਭਾਈ ਮਣੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਗ੍ਰੰਥੀ ਥਾਪ ਗਏ। ਜਦੋਂ ਉਹਨਾਂ ਨੇ ਇਸ ਤੋਂ ਬਾਅਦ ਗੁਰਤਾ ਗੱਦੀ ਦਿਵਸ ਆਵੇਗਾ ਅੱਗੇ ਚੱਲ ਕੇ, ਨੰਦੇੜ ਸਾਹਿਬ ਵਿਖੇ ਜੋ ਹੋਇਆ, ਹੁਕਮ ਦਿੱਤਾ, ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉੱਥੇ ਗੱਦੀ ਦੇ ਕਰਕੇ ਉਸ ਸਰੂਪ ਨੂੰ ਉੱਥੇ ਵਿਰਾਜਮਾਨ ਕਰਤਾ ਤੇ ਭਾਈ ਦੀਪ ਸਿੰਘ ਜੀ ਨੂੰ ਹੁਕਮ ਦਿੱਤਾ, ਬਾਬਾ ਜੀ ਜਿਹੜੇ ਤੁਸੀਂ ਉਤਾਰੇ ਕੀਤੇ ਹੈ ਹੁਣ ਸਾਰੇ ਤਖਤਾਂ ਤੇ ਭੇਜ ਦਿਓ। ਕੋਈ ਸਤਨਾਮ ਸਾਹਿਬ, ਇੱਕ ਪਟਨਾ ਸਾਹਿਬ ਭੇਜੇ ਗਏ। ਇਸੇ ਤਰ੍ਹਾਂ ਹੀ 5 ਤਖਤਾਂ ਦੇ ਉੱਤੇ ਗੁਰਬਾਣੀ ਵਿਰਾਜਮਾਨ ਹੋ ਗਈ। ਸਮੇਂ ਦੀ ਲੋੜ ਅਨੁਸਾਰ ਪੁਰਾਣੇ ਸਮਿਆਂ ਵਿੱਚ ਲਖਾਰੀਆਂ ਤੋਂ ਲਿਖਵਾਈ ਜਾਂਦੀ ਸੀ ਬਾਣੀ, ਗ੍ਰੰਥ ਸਾਹਿਬ ਲਿਖੇ ਜਾਂਦੇ ਸੀ। ਸਮਾਂ ਬਤੀਤ ਹੁੰਦਾ ਗਿਆ, ਅੱਜ ਬਹੁਤੇ ਗ੍ਰੰਥਾਂ ਦੀ ਲੋੜ ਸੀ ਤਾਂ ਗੁਰੂ ਪਿਆਰਿਓ ਫਿਰ ਅਸੀਂ ਪ੍ਰੈਸ ਲਾ ਲਈ ਹੈ ਸ੍ਰੀ ਹਰਿਮੰਦਰ ਸਾਹਿਬ ਵਿਖੇ, ਉੱਥੇ ਗੁਰਬਾਣੀ ਜਿਹੜੀ ਆ ਲਿਖੀ ਜਾਣ ਲੱਗੀ। ਪੁਰਾਣੇ ਸਮਿਆਂ ਵਿੱਚ ਇੱਕ ਇਹ ਵੀ ਸੇਵਾ ਹੁੰਦੀ ਸੀ, ਗੁਰਮੁਖੀ ਅੱਖਰ ਹੈ ਜੋ ਸਿੱਖ ਸਿੱਖ ਤੇ ਸਿੱਖੈ ਸੋ। ਸਿੱਖ ਸਿੱਖਾਂ ਦੇ ਕੋਲੋਂ ਗੁਰਬਾਣੀ ਪੜ੍ਹਨੀ, ਗੁਰਮੁਖੀ ਅੱਖਰ ਸਿੱਖਿਆ ਕਰੋ। ਔਰ ਜਿਹੜਾ ਮੇਰੇ ਕੋਲੇ ਨਿਤਨੇਮ ਦੀਆਂ ਪੋਥੀਆਂ ਹੋਰ ਆਦਿ ਬਾਣੀ ਲਿਖ ਕੇ ਲਿਆਵੇਗਾ, ਉਹਨਾਂ ਨੂੰ ਵੀ ਮੈਂ ਬਹੁਤ ਖੁਸ਼ੀ ਬਖਸ਼ਾਂਗਾ। ਪੁਰਾਣੇ ਸਮੇਂ 'ਚ ਹੱਥੀਂ ਲੋਕ ਪੋਥੀਆਂ ਲਿਖ ਕੇ ਸਤਿਗੁਰਾਂ ਦੇ ਬਹੁਤ ਸੁੱਧੀ ਸੱਤੇ ਤੇ ਜਾਂ ਹੋਰ ਅੱਗੇ ਪਿੱਛੇ ਭੇਟਾ ਕਰਿਆ ਕਰਦੇ ਸੀ। ਖੈਰ ਗੁਰੂ ਕਿਰਪਾ ਕਰਨ। ਇਸ ਤਰ੍ਹਾਂ ਗੁਰੂ ਪਿਆਰਿਓ
ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਇਹ ਦੱਸਣਾ ਕੀਤਾ ਕਿ ਸਿੱਖੋ ਇਹਦੇ ਵਿੱਚ ਕੀ ਭੇਦ ਹੈ। ਦਵੈ ਸਰੂਪ ਇੱਕ ਜੋਤ ਪਛਾਨੋ, ਅਸਲ ਦੇ ਵਿੱਚ ਉਹ ਦੋਨੇ ਇੱਕੋ ਹੀ ਰੂਪ ਹਨ। ਆਪ ਸੁਨ ਨਾਮ ਲਿਖਿਓ ਜੋ ਕਹੋ, ਤੇਰੋ ਪੁਰ ਕਾ ਸੰਸਾਦ ਹੋ। ਜਿਹੜਾ ਤੂੰ ਭਰਮ ਰੱਖਿਆ ਕਿ ਤੂੰ ਕਹਿੰਦਾ ਰਾਮਚੰਦਰ ਸਮਰੱਥ ਸੀ, ਤਾਂ ਉਹਨੇ ਪੱਥਰਾਂ ਉੱਤੇ ਰਾਮ ਰਾਮ ਕਿਉਂ ਲਿਖਿਆ? ਰੂਪ ਦੇਖ ਉਤਰੇ ਹੈ ਥੋਰੇ, ਜਪਤ ਨਾਮ ਕੋ ਤਰੇ ਕਰੋਰੇ। ਸਰੀਰਾਂ ਦੇ ਦਰਸ਼ਨ ਕਰਕੇ ਥੋੜੇ ਤੈਰਦੇ ਐ, ਤਰਦੇ ਐ, ਪਰ ਸ਼ਬਦ ਨੂੰ ਜਪ ਕੇ ਬੇਅੰਤ ਤਰਦੇ ਆ, ਔਰ ਤਰਦੇ ਹੀ ਰਹਿਣਗੇ ਜੁਗਾਂ ਜੁਗਾਂਤਰਾਂ ਤੱਕ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਸ਼ਬਦ ਹੀ ਪਰਮੇਸ਼ਰ ਹੈ। ਦੁਨੀਆ ਕਹਿੰਦੀ ਹੈ ਜਾਂ ਗੁਰੂ ਕਹਿੰਦੇ ਆ ਕਿ ਸ਼ਬਦ ਦਾ ਸਰੂਪ ਕੋਈ ਨਹੀਂ, ਰੱਬ ਦਾ ਰੂਪ ਕੋਈ ਨਹੀਂ, ਤੇ ਰੱਬ ਦਾ ਰੂਪ ਨਹੀਂ ਹੈਗਾ। ਚੱਕਰ ਚਿਹਨ ਅਰ ਵਰਨ ਜਾਤੀ ਅਰ ਪਾਤ ਨਾਹਿਨ, ਜੇ ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨ ਸਕਤ ਕਹੇ, ਅਚਲ ਮੂਰਤੀ ਅਨਭਉ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹੋ ਸ਼ਾਹਾਨ ਗਣਿਜੈ। ਤਾਂ ਸ਼ਬਦ ਦਾ ਜਿਹੜਾ ਹੈ ਇਹੋ ਹੀ ਪਰਮੇਸ਼ਰ ਦਾ ਰੂਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਜੀਵਨ ਅਵਰ ਨਾ ਕੋਏ। ਬਾਣੀ ਨਾਲ ਜੁੜੋ, ਇਹ ਬਾਣੀ ਹੀ ਪਰਮੇਸ਼ਰ ਹੈ। ਜੇ ਸੱਚਖੰਡ ਗੁਰੂ ਨਾਨਕ ਦੇਵ ਜੀ ਗਏ, ਵਾਪਸ ਮੁੜ ਕੇ ਆਏ, ਧਰੂ ਨੇ ਪੁੱਛਿਆ ਮਹਾਰਾਜ ਪਰਮੇਸ਼ਰ ਦੇ ਦਰਸ਼ਨ ਕੀਤੇ ਤੁਸੀਂ, ਉਹ ਕੈਸਾ ਸੀਗਾ? ਤੇ ਪਾਤਸ਼ਾਹ ਨੇ ਕੀ ਜਵਾਬ ਦਿੱਤਾ ਸੀਗਾ ਕਿ ਧਰੂ ਜੀ ਮੈਂ ਦਰਸ਼ਨ ਤਾਂ ਕਰ ਹੀ ਨਹੀਂ ਸਕਿਆ, ਉੱਥੇ ਤਾਂ ਬਹੁਤ ਸਾਰਾ ਪ੍ਰਕਾਸ਼ ਹੀ ਪ੍ਰਕਾਸ਼ ਸੀ। ਪਰਮੇਸ਼ਰ ਪ੍ਰਕਾਸ਼ ਸਰੂਪ ਹੈ, ਤੇ ਧਰੂ ਜੀ ਕਹਿੰਦੇ ਜੀ ਉਹ ਤੁਸੀਂ ਹੀ ਹੋ, ਤੁਹਾਡਾ ਹੀ ਪ੍ਰਕਾਸ਼ ਹੈ। ਇਹ ਬਾਣੀ ਜਿਹੜੀ ਹੈ ਗੁਰੂ ਨਾਨਕ ਦਾ ਪ੍ਰਕਾਸ਼ ਹੈ। ਪ੍ਰਕਾਸ਼ ਦਾ ਮਤਲਬ ਆ ਵੱਡ ਵੱਡਾ ਪ੍ਰਕਾਸ਼ ਨਹੀਂ, ਪ੍ਰਕਾਸ਼ ਦਾ ਮਤਲਬ ਹੈ ਗਿਆਨ। ਸ਼ਬਦ ਦਾ ਗਿਆਨ ਹੀ ਪ੍ਰਕਾਸ਼ ਅਸਲ ਵਿੱਚ। ਤੋ ਇਸੇ ਕਰਕੇ ਮਾਨੋ ਉੱਥੇ ਰਾਮਚੰਦਰ ਨੇ ਵੀ ਇਸ਼ਾਰਾ ਕੀਤਾ ਹੈ ਕਿ ਸ਼ਬਦ ਨਾਲ ਜੁੜੋ, ਸਰੀਰਾਂ ਨਾਲ ਨਹੀਂ ਜੁੜਨਾ। ਨਾਮ ਹੀ ਤੇ ਨਾਮ ਬੜਾਈ, ਮਹਿਮਾ ਆਪੀ ਰਾਮ ਲਖਾਈ। ਇਸ ਕਰਕੇ ਰਾਮਚੰਦਰ ਨੇ ਰਾਮ ਸ਼ਬਦ ਦੀ ਮਹਿਮਾ ਦੱਸੀ ਹੈ ਕਿ ਰਾਮ ਲਿਖਿਆ ਪੱਥਰ ਵੀ ਤਰ ਸਕਦੇ ਆ, ਫਿਰ ਬੰਦਾ ਕਿਉਂ ਨਹੀਂ ਤਰੇਗਾ? ਜੇ ਆਪਣੇ ਹਿਰਦੇ ਵਿੱਚ ਹਰੀ ਦਾ ਨਾਮ ਵਾਹਿਗੁਰੂ ਨਰੈਣ ਜੋ ਵੀ ਹੈ ਉਹ ਲਿਖਣਾ ਕਰੇ। ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਾਦਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਵਸੇ। ਬਾਦ ਸੇ ਤੋ ਪੁਨ ਕੀਨ ਪਿਆਨਾ, ਹਟੇ ਤੇਤ ਜਿਨ ਮਨ ਅਲਮਾਨਾ। ਔਰ ਇਸ ਤਰ੍ਹਾਂ ਪੁਲ ਬੰਨ ਕੇ ਫਿਰ ਅੰਦਰ ਗਏ। ਅੰਦਰ ਜਾ ਕੇ ਸਾਰਾ ਕਾਰਜ ਕੀਤਾ, ਸੀਤਾ ਨੂੰ ਵੀ ਛੁਡਾ ਕੇ ਲਿਆਂਦਾ, ਦੈਂਤਾਂ ਦੀ ਕੁਲ ਦਾ ਵੀ ਨਾਸ਼ ਕੀਤਾ। ਜਦੋਂ ਇਹ ਸਾਰੇ ਵਾਪਸ ਪਾਸੇ ਬਾਹਰ ਆ ਗਏ, ਸੁਨ ਮਰਦਾਨਾ ਬੂਜਨ ਰਾਗਾ, ਰਘੁਬਰ ਕਥਾ ਸੁਨਨ ਅਨੁਰਾਗਾ। ਅੱਛਾ ਮਹਾਰਾਜ ਫੇਰ ਕੀ ਹੋਇਆ? ਬਾਦ ਉਦਤ ਕਿਉ ਪਾਰ ਪਦਾਰੇ, ਲੰਕ ਵਿਖੇ ਕੋ ਦੈਤ ਸੰਘਾਰੇ। ਇਹ ਪੁਲ ਬੰਨ ਕੇ ਲੰਕਾ ਵਿੱਚ ਕਿਉਂ ਗਏ? ਕਿਉਂ ਦੈਂਤਾਂ ਨੂੰ ਮਾਰਿਆ? ਸਰਬ ਪ੍ਰਸੰਗ ਸੁਨਾਵੋ ਮੋਹੀ, ਰਾਵਰ ਤੇ ਕੁਛ ਗੁਪਤ ਨਾ ਹੋਈ। ਤੁਹਾਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਹੈ, ਸਾਨੂੰ ਦੱਸਣੀਆਂ ਕਰੋ। ਸੁਣ ਕੇ ਬੋਲੇ ਪਰਮ ਪ੍ਰਬੀਨਾ, ਇੱਕ ਦਸਰਤ ਨਿਪੋ ਤੋ ਕੁਲੀਨਾ। ਕਹਿੰਦੇ ਰਾਮਚੰਦਰ ਦਸ਼ਰਥ ਦਾ ਪੁੱਤਰ ਸੀ, ਉਹਦੀਆਂ 3 ਰਾਣੀਆਂ ਸਨ। ਤੈ ਰਾਣੀ ਤੈ ਲੀਨ ਬਿਹਾਈ, ਕੁਸ਼ਲਿਆ ਕੇ ਕਈ ਆਹੀ। ਕੁਸ਼ਲਿਆ ਕਕਈ ਅਤੇ ਬਹੁਰ ਸਮਿਤਰਾ ਜਾਨੋ ਨਾਰੀ, ਤਿਨ ਤੇ ਜਨਮਤ ਪੈ ਸੁਤਚਾਰੀ। ਸੁਮਿਤਰਾ 3 ਨਾਰੀਆਂ ਸਨ, 3 ਰਾਣੀਆਂ ਤੋਂ 4 ਪੁੱਤਰ ਪੈਦਾ ਹੋਏ। ਜੇਸ਼ਟ ਕੁਸ਼ਲਿਆ ਤੇ ਰਾਮੋ, ਕੀਕੀ ਕੀਰ ਭਰਤ ਪਾਨਾਮੋ। ਕੁਸ਼ਲਿਆ ਤੋਂ ਰਾਮਚੰਦਰ ਪੈਦਾ ਹੋਇਆ, ਕਕਈ ਤੋਂ ਭਰਤ ਪੈਦਾ ਹੋਇਆ। ਲక్ష్మణ ਬਹੁਰ ਸ਼ਤਰੁਗਨ ਜੋ, ਜਨੇ ਸਮਿਤਰਾ ਨੰਦਨ ਦੋ। ਲక్ష్మణ ਤੇ ਸ਼ਤਰੁਘਨ ਇਹ ਸੁਮਿਤਰਾ ਦੇ ਪੁੱਤਰ ਸੀ। ਕਾਮ ਸਮਾਨ ਰੂਪ ਜਿਨ ਕੇਰੇ, ਖੇਲਤ ਹੋਤ ਸਰੀਰ ਬਡੇਰੇ। ਬੜੇ ਸੁੰਦਰ ਸੀ ਇਹ ਬੱਚੇ, ਬੜੇ ਸੁੰਦਰ ਸੋਹਣੇ ਗੋਰੇ ਰੰਗ ਵਾਲੇ, ਖੇਡਦੇ ਖੇਡਦੇ ਵੱਡੇ ਹੋ ਗਏ। ਵਿਸ਼ਵਾਮਿਤਰ ਉਤੋ ਮਨ ਰਾਈ, ਜਗ ਕਰਨ ਤਨ ਸੋਚ ਬਣਾਈ। ਜੰਗਲ ਦੇ ਵਿੱਚ ਵਿਸ਼ਵਾਮਿਤਰ ਇੱਕ ਆਪਣਾ ਸਾਧੂ ਹੋਇਆ, ਉਸ ਨੇ ਜਗ ਰਚਿਆ, ਜਗ ਕਰਨਾ ਸੀ। ਵਿਗਨ ਕੀਨ ਤਬ ਦੈਤਨ ਆਈ, ਮਖ ਕਰਨੇ ਤੇ ਦੀਨ ਹਟਾਈ। ਦੈਂਤਾਂ ਨੇ ਉਸ ਵਿਸ਼ਵਾਮਿਤਰ ਦੇ ਜਗ ਦੇ ਵਿੱਚ ਵਿਘਨ ਪਾ ਦਿੱਤਾ। ਬੈਠ ਮੁਨੀਸ਼ਵਰ ਕੀਨੋ ਧਿਆਨਾ, ਜਗਤ ਸਰਬ ਬਿਰਤੰਤ ਪਛਾਨਾ। ਉਸ ਵੇਲੇ ਫਿਰ ਉਸ ਰਿਸ਼ੀ ਨੇ ਵੀ
ਧਿਆਨ ਧਰਿਆ ਕਿ ਮੇਰੇ ਜੱਗ ਨੂੰ ਸੰਪੂਰਨ ਕੌਣ ਕਰਵਾ ਸਕਦਾ ਹੈ। ਰਾਵਣ ਤੇ ਦੇਵਨ ਦੁਖ ਪਾਈ, ਗਏ ਅਕਾਲ ਪੁਰਖ ਸ਼ਰਨਾਈ। ਇਹ ਰਾਵਣ ਵਰਗੀਆਂ ਦੈਂਤਾਂ ਨੇ ਜਾਂ ਹੋਰ ਦੈਂਤਾਂ ਨੇ ਦੁੱਖ ਦਿੱਤਾ। ਵਿਸ਼ਵਾਮਿੱਤਰ ਨੇ ਪਰਮੇਸ਼ਰ ਦੀ ਸ਼ਰਨ ਲਈ ਉਹਦਾ ਧਿਆਨ ਧਰਿਆ। ਭਾਗ ਪ੍ਰਸ਼ੰਸਾ ਬਿਨਤੀ ਕੀਨੀ, ਸ਼੍ਰੀ ਕਰਤਾਰ ਸਰਬ ਜਬ ਚੀਨੀ। ਇਹ ਕਰਤਾਰ ਮਹਾਰਾਜ, ਮੈਂ ਏਦਾਂ ਧਰਮ ਦਾ ਕਾਰਜ ਕਰਨ ਲੱਗਿਆ ਸੀ, ਦੈਂਤਾਂ ਨੇ ਮੇਰਾ ਕਾਰਜ ਵਿਘਨ ਪਾ ਦਿੱਤਾ ਹੈ। ਤੇ ਪਰਮੇਸ਼ਰ ਕਹਿੰਦੇ ਤਬ ਸ਼੍ਰੀ ਵਿਸ਼ਨ ਧਰਿ ਅਵਤਾਰਾ, ਦੈਂਤ ਸਰਬ ਕੋ ਕਰੇ ਸੰਘਾਰਾ। ਤਾਂ ਉਸ ਵੇਲੇ ਫਿਰ ਜਵਾਬ ਆਇਆ ਕਿ ਰਾਮਚੰਦਰ ਅਵਤਾਰ ਲਵੇਗਾ, ਉਹ ਹੀ ਇਹਨਾਂ ਦੈਂਤਾਂ ਦਾ ਨਾਸ਼ ਕਰੇਗਾ। ਕਰਕੇ ਧਿਆਨ ਰੱਖੋ ਅਸ ਜਬਹੀ, ਆਇਓ ਅਯੁੱਧਿਆ ਮਨਵਰ ਤਬਹੀ। ਤੇ ਉਹ ਕਹਿੰਦਾ ਵਿਸ਼ਨੂੰ ਦਾ ਹੀ ਦੂਜਾ ਰੂਪ ਹੋਵੇਗਾ, ਤੂੰ ਧਿਆਨ ਰੱਖੀ। ਜਦੋਂ ਅਯੁੱਧਿਆ ਵਿੱਚ ਪੈਦਾ ਹੋਇਆ, ਨਿਰਪਨੇ ਸਨਮਾਨਿਓ ਕਰ ਬੰਦਨਾ, ਕੀਨੋ ਜਾਚਨ ਜੇਸ਼ਟ ਨੰਦਨਾ। ਇਹ ਵਿਸ਼ਵਾਮਿੱਤਰ ਫਿਰ ਵਗ ਗਿਆ ਰਾਜੇ ਦਸ਼ਰਥ ਕੋਲ। ਉਹਨੇ ਬੜਾ ਸਤਿਕਾਰ ਕੀਤਾ ਔਰ ਇਸ ਨੇ ਕਿਹਾ ਕਿ ਮੈਨੂੰ ਤੇਰਾ ਵੱਡਾ ਪੁੱਤਰ ਜਿਹੜਾ ਰਾਮ ਹੈ ਉਹ ਦੇਣਾ ਕਰ। ਦੇ ਨਰਿਪਤੇ ਰਘੁਬਰ ਬਰਿਆਈ, ਆਸ਼ਰਮ ਗਨਿਓ ਹਰਕ ਬੜਾਈ। ਔਰ ਉਹਦੇ ਕੋਲੋਂ ਆਪਣੇ ਵੱਡੇ ਪੁੱਤਰ ਰਾਮਚੰਦਰ ਨੂੰ ਨਾਲ ਲੈ ਕੇ ਆਪਣੀ ਕੁਟੀਆ ਵਿੱਚ ਆ ਗਿਆ। ਮਾਰਗ ਵਿਖੀ ਤਾਰਕਾ ਮਾਰੀ, ਦੋਏ ਦੈਤ ਆਈ ਬਲ ਭਾਰੀ। ਰਸਤੇ ਵਿੱਚ ਵੀ ਦੈਂਤ ਟੱਕਰੇ, ਜਿਵੇਂ ਇੱਕ ਇਹਨਾਂ ਦੀ ਰਾਮਲੀਲਾ ਵਿਖਾਉਂਦੇ ਆ। ਤਾਲਕਾ ਚਾਚੀ ਹਾਏ ਹਾਏ ਕਰਦੇ ਹੁੰਦੇ ਆ। ਰਸਤੇ ਵਿੱਚ ਕਹਿੰਦੀ ਉਹ ਮਾਰੀ, ਹੋਰ ਵੀ ਇੱਕ ਦੋ ਦੈਂਤ ਮਿਲੇ, ਉਹਨਾਂ ਨੂੰ ਮਾਰਿਆ। ਬਿਨ ਪਰ ਸਰ ਮਰਚੀ ਕੀ ਮਾਰਾ, ਜਾਏ ਪਰਿਓ ਲੰਕਾ ਕੀ ਦਵਾਰਾ। ਇਸ ਤਰ੍ਹਾਂ ਕਈ ਦੈਂਤਾਂ ਨੂੰ ਮਾਰਨਾ ਕੀਤਾ ਹੈ। ਅਨਿਓ ਸੋ ਬਾਹੋ ਰਾਮ ਪੁਨ ਤੂਰਨ, ਰਿਕਵਰ ਕੀਨੋ ਮੁਖ ਸੰਪੂਰਨ। ਅਣਿਓ ਸੋ ਬਾਹੂ ਕਹਿੰਦੇ ਫਿਰ ਇੱਕ ਦੈਂਤ ਹੋਇਆ ਬਾਹੂ ਨਾਮ ਦਾ, ਉਹਨੂੰ ਵੀ ਮਾਰ ਦਿੱਤਾ ਹੈ ਰਿਸ਼ੀਆਂ ਦੇ ਜਗ ਸੰਪੂਰਨ ਕਰਨ ਲਈ। ਨੈਚਿਲ ਜਨਕ ਦੂਤ ਚਲਿਆਵਾ, ਸੁਤਾ ਸੇ ਅੰਬਰ ਜਾਹਿਰ ਚਾਵਾ। ਉਹਨਾਂ ਦਿਨਾਂ ਵਿੱਚ ਰਾਜੇ ਜਨਕ ਨੇ ਆਪਣੀ ਲੜਕੀ ਸੀਤਾ ਦਾ ਸਵੰਬਰ ਵਿਆਹ ਰਚਿਆ ਹੋਇਆ ਸੀ। ਦੀਨ ਮੁਨੀ ਸੰਗ ਦੋਨੋਂ ਭਾਈ, ਗਿਓ ਬਧੀ ਨਗਰ ਜੈ ਥਾਈ। ਸਵੰਬਰ ਰਚਿਆ ਹੁੰਦਾ ਸੀ, ਕੋਈ ਵਿੱਚ ਸ਼ਰਤ ਰੱਖੀ ਜਾਂਦੀ ਸੀ, ਜਿਹੜਾ ਰਾਜਕੁਮਾਰ ਇਹ ਸ਼ਰਤ ਪੂਰੀ ਕਰੇਗਾ ਮੈਂ ਆਪਣੀ ਲੜਕੀ ਦਾ ਵਿਆਹ ਉਹਦੇ ਨਾਲ ਕਰਾਂਗਾ। ਜੋ ਸਵੰਬਰ ਦੀ ਖਬਰ ਪਹੁੰਚੀ, ਇਸ ਰਿਸ਼ੀ ਨੂੰ ਵੀ ਖਬਰ ਮਿਲੀ, ਤਾਂ ਇਹ ਵੀ ਰਾਮਚੰਦਰ ਹੋਰਾਂ ਨੂੰ ਲੈ ਕੇ ਚਲਿਆ ਗਿਆ। ਤੈ ਬਹੁਪਨ ਭਿਓ ਸਮਾਜਾ, ਤਨ ਤੋਰਨ ਕੋ ਸਰਿਓ ਨ ਕਾਜਾ। ਬੜੇ ਰਾਜੇ ਆਏ ਤੇ ਕੀ ਸ਼ਰਤ ਰੱਖੀ ਗਈ, ਇੱਕ ਧਨੁੱਖ ਸੀ ਉੱਥੇ। ਕਹਿੰਦਾ ਜਿਹੜਾ ਇਹ ਧਨੁੱਖ ਨੂੰ ਤੋੜ ਦੇਵੇਗਾ ਮੈਂ ਉਹਦੇ ਨਾਲ ਆਪਣੀ ਸੀਤਾ ਦੀ ਸ਼ਾਦੀ ਕਰਾਂਗਾ। ਬੋਨਰ ਜਾਏ ਤੇ ਉਠੀ ਰਗਵੇਸ਼ਾ, ਭੱਜਿਓ ਚਾਪੈ ਪਿਕਤ ਨਰੇਸ਼ਾ। ਕਈਆਂ ਨੇ ਜ਼ੋਰ ਲਾਇਆ, ਉਹ ਚੱਕਿਆ ਵੀ ਨਾ ਗਿਆ, ਇੰਨਾ ਵਜਨਦਾਰ ਸੀਗਾ। ਤਾਂ ਗੁਰੂ ਪਿਆਰਿਓ ਕਹਿੰਦੇ ਉੱਥੇ ਰਾਵਣ ਵੀ ਆਇਆ ਸੀਗਾ। ਰਾਵਣ ਨੂੰ ਵੀ ਉਸ ਦੇ ਬਾਰੇ ਪਤਾ ਸੀਗਾ, ਪਰ ਉਸ ਨੂੰ ਵਰ ਮਿਲਿਆ ਸੀ ਤੂੰ ਇੱਕ ਵਾਰੀ ਚੱਕ ਸਕੇਂਗਾ, ਫੇਰ ਨਹੀਂ। ਪਰ ਇੱਕ ਵਾਰੀ ਉਹਨੇ ਜੱਜਮੈਂਟ ਕਰਨ 'ਚ ਹੀ ਚੱਕ ਕੇ ਦੇਖ ਲਿਆ ਤੇ ਦੁਬਾਰੇ ਉਹਦੇ ਕੋਲੋਂ ਚੱਕਿਆ ਨਾ ਗਿਆ। ਜੋ ਸਾਰੇ ਰਾਜਕੁਮਾਰ ਫੇਲ ਹੁੰਦੇ ਗਏ ਤੇ ਫਿਰ ਰਾਮਚੰਦਰ ਨੂੰ ਭੇਜਿਆ। ਜਨਕ ਸੁਤਾ ਸੀਤਾ ਜੈ ਨਾਮੋ, ਫੂਲ ਮਾਲ ਡਾਰੀ ਕਰ ਰਾਮੋ। ਉਹਨੇ ਜਾ ਕੇ ਉਹ ਧਨੁੱਖ ਤੋੜ ਦਿੱਤਾ ਦੂਰਾ ਕਰਕੇ ਤੇ ਸੀਤਾ ਨੂੰ ਵਿਆਹ ਲਿਆਇਆ। ਬਾਹਰੋਂ ਦਸ਼ਰਥ ਦੀਨ ਬੁਲਾਈ, ਸੱਜ ਬਰਾਤ ਆਏ ਤੈ ਥਾਈ। ਇਉਂ ਗੱਲਬਾਤ ਹੋ ਗਈ, ਮੰਗਣੀ ਹੋ ਗਈ। ਫਿਰ ਰਾਜਾ ਦਸ਼ਰਥ ਜਿਹੜਾ ਹੈ ਰਾਮਚੰਦਰ ਨੂੰ ਵਿਆਹ ਕੇ ਲੈ ਗਿਆ ਬਰਾਤ ਰਾਹੀਂ। ਚਾਰ ਪੁੱਤਰ ਕੋ ਕੀਨ ਵਿਆਹ, ਪਹਿਤੈ ਛੇਨਾ ਤੀਸ਼ੇ ਉਤਸਾਹ। ਇਉਂ ਚਾਰਾਂ ਪੁੱਤਰਾਂ ਦਾ ਇਹਨੇ ਵਿਆਹ ਕਰ ਲਿਆ ਦਸ਼ਰਥ ਨੇ। ਨਗਰ ਅਯੋਧਿਆ ਪੁਨ ਚਲਿਆਏ, ਕਿਤਕ ਦਿਵਸ ਬਸ ਜਬੇ ਬਿਤਾਏ। ਅਯੁੱਧਿਆ ਵਿੱਚ ਰਹਿਣ ਲੱਗੇ। ਭਾਰਤ ਬਦੇਸ਼ ਕੀਨ ਤਬ ਗਵਨੰ, ਰਘੁਬਰ ਵਿਚਰ ਵਿਰਾਜੇ ਭਵਨੰ। ਭਰਤ ਕਿਤੇ ਦੂਸਰੇ ਦੇਸ਼ ਗਿਆ ਹੋਇਆ ਸੀਗਾ, ਕਕਈ ਦਾ ਪੁੱਤਰ ਸੀ, ਇਹ ਘਰ ਨਹੀਂ ਸੀ। ਦਸ਼ਰਥ ਆਪਣਾ ਅਵਸਥਾ ਦੇਖੀ, ਦਿਓ ਰਾਜ ਸੁਤ ਚਾਹੇ ਵਸੇਕੀ। ਦਸ਼ਰਥ ਨੇ ਆਪਣਾ ਜੀਵਨ ਦੇਖਿਆ ਵੀ ਮੈਂ ਬੁੱਢਾ ਹੋ ਰਿਹਾ, ਰਾਜ ਅੱਗੇ ਰਾਜਕੁਮਾਰਾਂ ਨੂੰ ਦੇ ਦਿਆਂ। ਰਾਜਕੁਮਾਰਾਂ ਚੋਂ ਵੱਡਾ ਰਾਮਚੰਦਰ ਸੀ, ਉਹਨੂੰ ਦੇਣ ਦੀ ਸਲਾਹ ਬਣਾ ਲਈ। ਅਬ ਕੀ ਕਨ ਕੋ ਸਮਾ ਵਿਚਾਰੀ, ਸਰਬ ਸੋਚ ਕੀਨੀ ਜਬ ਤਿਆਰੀ। ਰਾਜ ਗੱਦੀ ਦਾ ਤਿਲਕ ਦੇਣ ਦਾ ਸਮਾਂ ਰੱਖਿਆ ਗਿਆ। ਸੁਨਤ ਕੇ ਕਈ ਕੋ ਮਨ ਛੋਬਾ, ਰਾਜ ਦੇਨ ਸੁਤ ਕੋ ਪਾਲੋਬਾ। ਕਈ ਨੂੰ ਪਤਾ ਲੱਗਿਆ ਵੀ ਰਾਮਚੰਦਰ ਨੂੰ ਇਹ ਦੇਣ ਲੱਗਿਆ ਰਾਜ, ਤੇ ਮੇਰਾ ਪੁੱਤਰ ਤਾਂ ਰਹਿ ਜਾਵੇਗਾ।
ਇਹਦੇ ਮਨ ਵਿੱਚ ਚੋਭ ਲੱਗੀ। जब भूपत भवन पधारा रही रूट न बचन उचारा। ਜਦ ਦਸ਼ਰਥ ਘਰੇ ਆਇਆ ਕਕਈ ਤਾਂ ਕਹਿੰਦੇ ਖਣ ਪੱਟੀ ਲੈ ਕੇ ਪੈ ਗਈ। ਖਣ ਪੱਟੀ ਪੁਰਾਣੀ ਬੋਲੀ ਦਾ ਸ਼ਬਦ ਹੈ। ਇਹਦਾ ਮਤਲਬ ਹੈ ਕਿ ਰਾਣੀ ਆਪਣਾ ਗੁੱਸਾ ਜ਼ਾਹਰ ਕਰਨ ਵਾਸਤੇ ਗਹਿਣੇ ਲਾ ਦਿੰਦੀ ਆ, ਪੁਰਾਣੇ ਵਸਤਰ ਪਹਿਨ ਲੈਂਦੀ ਆ ਔਰ ਵਿਹੜੇ ਵਿੱਚ ਥੱਲੇ ਪੈ ਜਾਂਦੀ ਆ। ਦੀਵਾ ਬੱਤੀ ਨਹੀਂ ਕਰਦੀ, ਘਰ ਦੇ ਵਿੱਚ ਲਾਈਟ ਬੱਤੀ ਨਹੀਂ ਜਗਾਉਂਦੀ। ਫਿਰ ਰਾਜਾ ਆ ਕੇ ਪੁੱਛਦਾ, ਰਾਣੀ ਸਾਹਿਬਾ ਤੈਨੂੰ ਕੀ ਹੋ ਗਿਆ, ਤੂੰ ਇੰਨਾ ਗੁੱਸੇ 'ਚ ਪਈ ਆ? ਫਿਰ ਉਹ ਰਾਜੇ ਨੂੰ ਕਹਿੰਦੀ ਆ ਮੇਰਾ ਆਹ ਕੰਮ ਕਰ, ਨਹੀਂ ਮੈਂ ਤਾਂ ਆਈ ਰਹੂੰਗੀ। ਕਹੋ ਸਤਿਨਾਮ। ਤੋ ਕਕਈ ਜਿਹੜੀ ਆ ਖਣ ਪੱਟੀ ਲੈ ਕੇ ਪੈ ਗਈ ਘਰੇ। विषमान्यो नृप लख पैनारी चंद बदन है प्राण प्यारी। ਉਹ ਰਾਜੇ ਨੂੰ ਬੜੀ ਪਿਆਰੀ ਸੀ ਵੀ ਸੀ ਇਹ, ਤੇ ਏਦਾਂ ਦਾ ਹਾਲਤ ਵੇਖ ਕੇ ਪੁੱਛਦਾ चाहो जे लियो करो क्यों रोसू कहना कीन आज तब दोषू। ਕੀ ਚਾਹੀਦਾ ਤੈਨੂੰ, ਦੱਸ। ਤੈਨੂੰ ਕਿਸੇ ਗੱਲ ਤੋਂ ਕਦੇ ਜਵਾਬ ਦਿੱਤਾ ਮੈਂ? ਦੱਸ ਕੀ ਚਾਹੀਦਾ? सुन के बोली लाल समन की प्रतिपाला कर अपन बचन की। ਕਹਿੰਦੀ ਰਾਜਾ ਸਾਹਿਬ ਇੱਕ ਵਾਰੀ ਮੈਂ ਤੁਹਾਡਾ ਕੰਮ ਕੀਤਾ ਸੀ, ਤੁਸੀਂ ਮੈਨੂੰ ਕਿਹਾ ਸੀ ਬੋਲ ਕੀ ਚਾਹੀਦਾ, ਤੇ ਮੈਂ ਤੁਹਾਨੂੰ ਕਿਹਾ ਸੀ ਕੋਈ ਗੱਲ ਨਹੀਂ, ਇਹ ਬਚਨ ਯਾਦ ਰੱਖੀ, ਜਦੋਂ ਲੋੜ ਪਈ ਮੰਗ ਲੂੰਗੀ। वैपर दीन कहे जे मोह सोना दियो भय मुजरो। ਉਦੋਂ ਕਿਹਾ ਸੀ 2 ਬਚਨ ਤੂੰ ਦੇਣੇ, ਬਚਨ ਵਾਅਦਾ ਕੀਤਾ ਸੀ, ਉਹ ਦਿੱਤੇ ਨਹੀਂ ਅਜੇ ਮੈਨੂੰ। दियो अभी तो जीवन मेरा ना कर मन न कोई सबीरा। ਉਹ 2 ਬਚਨ ਅੱਜ ਦੇ ਮੈਨੂੰ ਜੇ ਦੇਣੇ ਆ, ਨਹੀਂ ਤਾਂ ਮੈਂ ਤਾਂ ਮਰੂੰਗੀ ਕਹਿੰਦੀ। रिपने कहो चाहे जो दीजै बोली राज तात मोह दीजै। ਉਹ ਕਹਿੰਦਾ ਮੰਗ, ਫਿਰ ਕੀ ਮੰਗਦੀ ਆ? भूपत अपनो बचन हारियो दियो राज तै बहुत धिकारियो। ਰਾਜੇ ਗੱਲ ਸੁਣ ਲਾ, ਮੁੱਕਰ ਨਾ ਜਾਈ। ਪਹਿਲਾ ਬਚਨ ਤਾਂ ਜਿਹੜਾ ਰਾਜ ਦੀ ਕੱਲ ਨੂੰ ਤਿਲਕ ਦੇਣਾ, ਕੱਲ ਪਰਸੋਂ ਨੂੰ, ਉਹ ਮੇਰੇ ਪੁੱਤਰ ਭਰਤ ਨੂੰ ਦੇ। ਰਾਜਾ ਤਾਂ ਉੱਥੇ ਟੈਨਸ਼ਨ 'ਚ ਪੈ ਗਿਆ ਵੀ ਮੈਂ ਤਾਂ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਸਮਝਿਆ ਤੇ ਭਰਾਵਾਂ ਦੇ ਵਿੱਚ ਵੀ ਕੋਈ ਫਰਕ ਨਹੀਂ, ਪਰ ਇਸ ਨੇ ਫਰਕ ਪਵਾ ਦਿੱਤਾ। ਉਹਨੂੰ ਧਰਕਾਰਾਂ ਪਾਈਆਂ, ਪਰ ਉਸਨੇ ਦੁਖੀ ਹੋਏ ਨੇ ਦੇਤਾ ਵੀ ਚੱਲ ਠੀਕ ਹੈ। दूसर बर रघुबर बनवासा सुन रिपत जी जीवन की आशा। ਦੂਜਾ ਬਚਨ ਹੈ ਕਿ ਰਾਮਚੰਦਰ ਨੂੰ ਜੰਗਲਾਂ ਦੇ ਵਿੱਚ 14 ਸਾਲਾਂ ਲਈ ਬਨਵਾਸ ਤੇ ਭੇਜ, ਘਰੋਂ ਕੱਢ ਦੇ, ਬੇਦਖਲ ਕਰ ਦੇ। ਬਸ ਰਾਜੇ ਨੇ ਸੋਚਿਆ ਹੁਣ ਮੇਰੀ ਮੌਤ ਹੈ, ਕਿਉਂਕਿ ਦੋਨੇ ਗੱਲਾਂ ਮੰਨਣੀਆਂ ਪੈਣੀਆਂ। रामचंद तब विपन पधारे सीता लक्ष्मण लीन संघारे। ਰਘੂਕੁਲ ਰੀਤ ਸਦਾ ਚਲੇ ਆਈ, ਸੀਤ ਜਾਏ ਪਰ ਬਚਨ न ਜਾਈ। ਗੁਰੂ ਪਿਆਰੋ ਰਾਮਚੰਦਰ ਨੂੰ ਜੰਗਲ ਨੂੰ ਭੇਜਤਾ। ਕਹਿੰਦੇ ਉਸਨੇ ਫਿਰ ਚਵਾਰੇ ਤੋਂ ਚੜ ਕੇ ਛਾਲ ਮਾਰ ਲਈ। ਜਿੰਨਾ ਚਿਰ ਦਿਸਦੇ ਰਹੇ ਜਾਂਦੇ ਹੋਏ ਵੇਖਦਾ ਰਿਹਾ, ਜੇ ਦਿਸਣੋਂ ਹਟ ਕੇ ਫਿਰ ਮਰ ਗਏ। ਉਸ ਤੋਂ ਬਾਅਦ ਕੀ ਹੋਇਆ ਅਗਲੀ ਕਹਾਣੀ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਆਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास हे पूरन हे सर्व दुख मैं पंचन गुणतास। हे संगी हे निरंकार हे निर्गुण सब टीक हे गोविंद हे गुण निधान जाके सदा विवेक। हे अपरंपर हर हरे भी हो बनहार हे संत है कै सदा संग तारा आधार। हे ठाकुर हों दासरो मैं निर्गुण गुण नहीं कोई नानक दीजै नाम लान राखो ये परोए। आए प्रभ शरणागति कृपा नित दयाल एक अखर हर मन बसत नानक होत निहाल। एक अंकारा सतगुरु मेह प्रसाद सच हुए। वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन सोए।